ओम नमो नारायण। ओम नमो नारायण। सो प्यारिओ, अज आपां ਉਹ श्री शंकर भगवान भोलेनाथ कैलाशपति ਅਤੇ ਉਹਨਾਂ ਦੀ ਜੀਵਨ ਸਾਥਣ ਜਿਹਨੂੰ ਕਈ ਨਾਵਾਂ ਨਾਲ ਪੁਕਾਰਿਆ ਜਾਂਦਾ ਹੈ, ਮਾਤਾ ਸਤੀ, ਮਾਤਾ ਉਮਾ ਜੀ ਅਤੇ ਮਾਤਾ ਪਾਰਵਤੀ, ਮਾਤਾ ਗੌਰਜਾ। ਅੱਜ ਉਹਦੇ ਦਸ਼ ਪ੍ਰਜਾਪਤੀ ਦੇ ਜੱਗ 'ਚ ਭ੍ਰਿਸ਼ਟ ਹੋਣ ਦੀ ਕਥਾ, ਆਪਣਾ ਆਪ ਸਰੀਰ ਖਤਮ ਕਰਨ ਦੀ ਕਥਾ ਆਪਦੇ ਸਾਹਮਣੇ ਪੇਸ਼ ਕਰਨ ਜਾ ਰਿਹਾ ਹੈ। ਧਨੌਲੇ ਵਾਲਾ ਜਥਾ ਕਿ ਦੇਵਨੇਤ ਨਾਲ ਬਰਮਪੁਰੀ ਦੇ ਵਿੱਚੋਂ ਬਰਮਾ ਜੀ ਦੇਵਤੇ ਰਿਸ਼ੀਆਂ ਮੁਨੀਆਂ ਨੂੰ ਨਾਲ ਲੈ ਕੇ ਕੈਲਾਸ਼ ਪਰਬਤ ਦੇ ਉੱਤੇ ਭਗਵਾਨ ਸ਼ੰਕਰ ਜੀ ਦੇ ਦਰਸ਼ਨ ਕਰਨ ਪਹੁੰਚੇ ਨੇ। ਦੇਵਨੇਤ ਭਗਵਾਨ ਦੀ ਲੀਲਾ, ਉੱਥੇ ਭਗਵਾਨ ਦੇ ਸਹੁਰੇ ਸ਼੍ਰੀ ਸ਼ੰਕਰ ਮਹਾਰਾਜ ਜੀ ਦੇ ਸਹੁਰਾ ਸਾਹਿਬ ਦਸ਼ ਪ੍ਰਜਾਪਤੀ ਵੀ ਪਹੁੰਚੇ ਨੇ। ਸਾਰਿਆਂ ਨੇ ਆਦਰ ਮਾਣ ਕੀਤਾ ਹੈ। ਬਰਮਾ ਜੀ ਨੂੰ ਪਤਾ ਹੈ ਕਿ ਭਗਵਾਨ ਸਮਾਧੀ 'ਚ ਲੀਨ ਨੇ, ਕਿਉਂਕਿ ਪਾਰ ਬ੍ਰਹਮ ਦਾ ਜਪ ਹੋ ਰਿਹਾ ਹੈ। ਉਹ ਉੱਠੇ ਨਹੀਂ, ਸਾਰਿਆਂ ਨੇ ਨਮਸਕਾਰ ਕੀਤੀ ਹੈ, ਪਰ ਸ਼ੰਕਰ ਭਗਵਾਨ ਅਡੋਲ ਆਪਣੀ ਸਮਾਧੀ ਦੇ ਵਿੱਚ ਬੈਠੇ ਹੈ। ਦਸ਼ ਪ੍ਰਜਾਪਤੀ ਨੂੰ ਇਹ ਦੇਖ ਕੇ ਕ੍ਰੋਧ ਆਇਆ ਕਿ ਸਾਰੇ ਦੇਵਤਿਆਂ ਨੇ, ਬਰਮਾ ਜੀ ਨੇ ਮੈਨੂੰ ਮੱਥਾ ਟੇਕਿਆ, ਆਦਰ ਮਾਣ ਕੀਤਾ, ਪਰ ਇਹ ਭੂਤਰਾਜ ਪੀ ਕੇ ਤੌੜੀ ਭੰਗ ਦੀ ਆਪਦੇ ਨਸ਼ੇ 'ਚ ਮੌਜ ਨਾਲ ਹੰਕਾਰੀ ਹੋਇਆ ਬੈਠਾ। ਸੋ ਹੁਣ ਸੋਚਿਆ ਮਨ ਦੇ ਵਿੱਚ, ਦਸ਼ ਪ੍ਰਜਾਪਤੀ ਸਰਾਪ ਦੇਣ ਲੱਗਿਆ ਆਪਣੇ ਜਮਾਈ ਸ਼ੰਕਰ ਭਗਵਾਨ ਭੋਲੇਨਾਥ ਨੂੰ, ਜਿਹਨੂੰ ਕੋਈ ਦੁਨੀਆ ਦੀ ਪਰਵਾਹ ਹੀ ਨਹੀਂ, ਭਗਤਾਂ ਦਾ ਭਗਤ, ਬੜਾ ਵਿਸ਼ਾਲ ਦਇਆਲੂ ਕਿਰਪਾਲੂ। ਕੋਈ ਭੰਗ ਚੜਾ ਦਿਓ ਕੋਈ ਪਰਵਾਹ ਨਹੀਂ, ਕੋਈ ਅੱਕ ਚੜਾ ਦਿਓ ਕੋਈ ਪਰਵਾਹ ਨਹੀਂ, ਕੋਈ ਧਤੂਰੇ ਚੜਾ ਦਿਓ ਕੋਈ ਪਰਵਾਹ ਨਹੀਂ। ਸੋ ਉਹ ਬੇਪਰਵਾਹ ਬੇਅੰਤ ਸ਼੍ਰੀ ਸ਼ੰਕਰ ਮਹਾਰਾਜ ਜੀ ਆਪਣੀ ਸਮਾਧੀ ਦੇ ਵਿੱਚ ਲਵਲੀਨ ਨੇ। ਸੋ ਇਧਰਲੇ ਪਾਸੇ ਦਸ਼ ਪ੍ਰਜਾਪਤੀ ਕ੍ਰੋਧ ਹੋ ਕੇ ਸ਼ਰਾਪ ਦੇਣ ਜਾ ਰਿਹਾ ਹੈ ਕਿ ਅੱਜ ਤੋਂ ਮੈਂ ਇਸ ਭੂਤਰਾਜ ਦੀ ਜੋ ਜੱਗਾਂ ਦੇ ਵਿੱਚੋਂ ਸਮੱਗਰੀ ਕੱਢੀ ਜਾਂਦੀ ਹੈ, ਓਮ ਨਮੋ ਸ਼ਿਵਾਏ ਵਿਸ਼ਨੂੰ, ਓਮ ਨਮੋ ਬ੍ਰਹਮਾ, ਓਮ ਨਮੋ ਸ਼ਿਵਾਏ, ਕਹਿੰਦਾ ਓਮ ਨਮੋ ਸ਼ਿਵਾਏ ਕਹਿਣ ਤੋਂ ਹਟਾ ਦੂੰਗਾ। ਲਓ ਉਸ ਟਾਈਮ ਦਾ ਨਕਸ਼ਾ ਬਣ ਕੇ ਤੁਹਾਡੇ ਸਾਹਮਣੇ ਧਨੌਲੇ ਵਾਲਾ ਕਵੀਸ਼ਰ ਜਥਾ ਪਾਠਕ ਭਰਾ ਹੈ ਇਹੋ ਬਿਆਨ ਕਰਦੇ ਆ ਜੀ। ਹੋ ਗਾਥਾ ਮੈਂ ਸੁਣਾਵਾਂ ਸ਼ਿਵ ਭੋਲੇਨਾਥ ਦੀ, ਕਿਵੇਂ ਸਤੀ ਹੋਈ ਪਾਰਬਤੀ ਮਾਤ ਜੀ, ਕਿਵੇਂ ਸਤੀ ਹੋਈ ਪਾਰਬਤੀ ਮਾਤ ਜੀ। ਕੀਤੇ ਅਪਮਾਨ ਦਾ ਦੇਊਂਗਾ ਦੰਦ ਮੈਂ, ਸ਼ਿਵ ਪੂਜਾ ਜੱਗ ਚੋਂ ਕਰਾ ਦੂੰ ਬੰਦ ਮੈਂ, ਸ਼ਿਵ ਪੂਜਾ ਜੱਗ ਚੋਂ ਕਰਾ ਦੂੰ ਬੰਦ ਮੈਂ। ਓਏ ਅੱਜ ਤੋਂ ਆਹੂਤੀ ਨਹੀਂ ਕੋਈ ਪਾਊਗਾ, ਕਰੂ ਜੋ ਹਵਨ ਪਿੱਛੋਂ ਪਛਤਾਊਗਾ, ਕਰੂ ਜੋ ਹਵਨ ਪਿੱਛੋਂ ਪਛਤਾਊਗਾ। ਸੁਣੋ ਦੇਵੀ ਦੇਵੇ ਨੂੰ ਰਿਹਾ ਭੰਡ ਮੈਂ, ਸ਼ਿਵ ਪੂਜਾ ਜੱਗ ਚੋਂ ਕਰਾ ਦੂੰ ਬੰਦ ਮੈਂ, ਸ਼ਿਵ ਪੂਜਾ ਜੱਗ ਚੋਂ ਕਰਾ ਦੂੰ ਬੰਦ ਮੈਂ। ਉਹ ਬਰਮਾ ਜੀ ਕਹਿਣਾ ਮੰਨ ਕੇ ਮੈਂ ਤੇਰੇ ਨੂੰ, ਬਰਮਾ ਜੀ ਕਹਿਣਾ ਮੰਨ ਕੇ ਮੈਂ ਤੇਰੇ ਨੂੰ, ਐਵੇਂ ਕੰਨਿਆ ਵਿਆਹਤੀ ਭੂਤ ਨੇ ਸਪੇਰੇ ਨੂੰ, ਐਵੇਂ ਕੰਨਿਆ ਵਿਆਹਤੀ ਭੂਤ ਨੇ ਸਪੇਰੇ ਨੂੰ। ਤੁਸੀਂ ਮੈਨੂੰ ਪਾਇਆ ਇਸ ਪੁੱਠੇ ਰੰਦ ਮੈਂ, ਸ਼ਿਵ ਪੂਜਾ ਜੱਗ ਚੋਂ ਕਰਾ ਦੂੰ ਬੰਦ ਮੈਂ, ਸ਼ਿਵ ਪੂਜਾ ਜੱਗ ਚੋਂ ਕਰਾ ਦੂੰ ਬੰਦ ਮੈਂ। ਉਹ ਲੱਗੀ ਨੀ ਸਮਾਧੀ ਕਰਦਾ ਪਖੰਡ ਹੈ, ਭੂਤਨੇ ਦੀ ਪੀਤੀ ਹੋਈ ਤੌੜੀ ਭੰਗ ਹੈ, ਭੂਤਨੇ ਦੀ ਪੀਤੀ ਹੋਈ ਤੌੜੀ ਭੰਗ ਹੈ। ਮੱਸਿਆ ਦੀ ਰਾਤ ਨੂੰ ਚੜਾ ਦੂੰ ਚੰਦ ਮੈਂ, ਸ਼ਿਵ ਪੂਜਾ ਜੱਗ ਚੋਂ ਕਰਾ ਦੂੰ ਬੰਦ ਮੈਂ, ਸ਼ਿਵ ਪੂਜਾ ਜੱਗ ਚੋਂ ਕਰਾ ਦੂੰ ਬੰਦ ਮੈਂ। ਉਹ ਪਾਊਗਾ ਨਾ ਸੁੱਖ ਅਪਮਾਨ ਕਰਕੇ, ਮੈਂ ਵੀ ਪਛਤਾਵਾਂ ਧੀ ਦਾ ਦਾਨ ਕਰਕੇ, ਮੈਂ ਵੀ ਪਛਤਾਵਾਂ ਧੀ ਦਾ ਦਾਨ ਕਰਕੇ। ਇਸ ਦੇ ਹੰਕਾਰ ਵਾਲੀ ਢਾ ਦੂੰ ਕੰਧ ਮੈਂ, ਸ਼ਿਵ ਪੂਜਾ ਜੱਗ ਚੋਂ ਕਰਾ ਦੂੰ ਬੰਦ ਮੈਂ, ਸ਼ਿਵ ਪੂਜਾ ਜੱਗ ਚੋਂ ਕਰਾ ਦੂੰ ਬੰਦ ਮੈਂ। ਉਹ ਸਭ ਕੇ ਸਿਖਾਊਂ ਵੱਡੇ ਅਵਤੂਤ ਨੂੰ, ਅੱਜ ਤੋਂ ਮੰਨੂ ਨਾ ਕੋਈ ਇਸ ਭੂਤ ਨੂੰ, ਅੱਜ ਤੋਂ ਮੰਨੂ ਨਾ ਕੋਈ ਇਸ ਭੂਤ ਨੂੰ।
ਕੱਢਣੋਂ ਹਟਾ ਦੂੰ ਇਹਦਾ ਦਸਵੰਦ ਮੈਂ ਸ਼ਿਵ ਪੂਜਾ ਜੱਗ ਚੋਂ ਕਰਾ ਦੂੰ ਬੰਦ ਮੈਂ ਸ਼ਿਵ ਪੂਜਾ ਜੱਗ ਚੋਂ ਕਰਾ ਦੂੰ ਬੰਦ ਮੈਂ ਉਹ ਜਦ ਮੈਂ ਲਹਾਤਾ ਜੱਗਾਂ ਵਾਲੇ ਤਾਜ ਨੂੰ ਹੋ ਜਦ ਮੈਂ ਲਹਾਤਾ ਜੱਗਾਂ ਵਾਲੇ ਤਾਜ ਨੂੰ ਫੇਰ ਪਤਾ ਲੱਗੂ ਵੱਡੇ ਜੋਗੀ ਰਾਜ ਨੂੰ ਫੇਰ ਪਤਾ ਲੱਗੂ ਵੱਡੇ ਜੋਗੀ ਰਾਜ ਨੂੰ ਹਾਲ ਦੇਖ ਇਹਦਾ ਹੋਊਗਾ ਆਨੰਦ ਮੈਂ ਸ਼ਿਵ ਪੂਜਾ ਜੱਗ ਚੋਂ ਕਰਾ ਦੂੰ ਬੰਦ ਮੈਂ ਸ਼ਿਵ ਪੂਜਾ ਜੱਗ ਚੋਂ ਕਰਾ ਦੂੰ ਬੰਦ ਮੈਂ ਹੁਣ ਘਰੇ ਪਹਿਲਾਂ ਜੱਗ ਮੈਂ ਰਚਾਊਂਗਾ ਪੂਤਨੇ ਦੇ ਨਾਂ ਦੀ ਨਾਹੂਤੀ ਪਾਊਂਗਾ ਪੂਤਨੇ ਦੇ ਨਾਂ ਦੀ ਨਾਹੂਤੀ ਪਾਊਂਗਾ ਦਰਸ਼ਨ ਤਨੌਲਾ ਕਹੇ ਲਿਖੂੰ ਛੰਦ ਮੈਂ ਸ਼ਿਵ ਪੂਜਾ ਜੱਗ ਚੋਂ ਕਰਾ ਦੂੰ ਬੰਦ ਮੈਂ ਸ਼ਿਵ ਪੂਜਾ ਜੱਗ ਚੋਂ ਕਰਾ ਦੂੰ ਬੰਦ ਮੈਂ ਲੋ ਜਦੋਂ ਦਸ਼ ਪ੍ਰਜਾਪਤੀ ਨੇ ਕ੍ਰੋਧ ਹੋ ਕੇ ਇਹ ਸਰਾਫ ਦੇ ਦਿੱਤਾ ਕਿ ਅੱਜ ਤੋਂ ਇਸ ਭੂਤ ਰਾਜ ਦੀ ਇਸ ਭੰਗ ਪੀਣੇ ਦੀ ਕਿਸੇ ਵੀ ਸਭਾ ਕਿਸੇ ਵੀ ਜੱਗ ਦੇ ਵਿੱਚ ਪੂਜਾ ਨਹੀਂ ਹੋਊਗੀ ਸਭ ਤੋਂ ਪਹਿਲਾ ਤਰੀਕਾ ਹੈ ਮੈਂ ਘਰੋਂ ਜਾ ਕੇ ਬੰਦ ਕਰੂੰਗਾ ਇੰਨੀ ਗੱਲ ਸੁਣ ਕੇ ਭਗਵਾਨ ਨਹੀਂ ਬੋਲੇ ਕੋਲੇ ਬੈਠੇ ਸ਼ੰਕਰ ਭਗਵਾਨ ਦੇ ਨੰਦੀ ਗਣ ਕ੍ਰੋਧਿਤ ਹੋ ਗਿਆ ਨੰਦੀ ਕਹਿੰਦਾ ਮਹਾਰਾਜ ਗੱਲ ਸੁਣੋ ਤੁਸੀਂ ਬਿਨਾਂ ਕਿਸੇ ਕਸੂਰ ਦੇ ਮੇਰੇ ਸਵਾਮੀ ਨੂੰ ਸਰਾਫ ਦੇ ਦਿੱਤਾ ਪਰ ਮੈਂ ਵੀ ਇਸ ਦੇ ਬਦਲੇ ਤੁਹਾਨੂੰ ਇੱਕ ਸਰਾਫ ਦੇਣ ਜਾ ਰਿਹਾ ਲੋ ਸੁਣੋ ਖਿਆਲ ਕਰਕੇ ਨੰਦੀਗਣ ਦਸ਼ ਪ੍ਰਜਾਪਤੀ ਨੂੰ ਸਰਾਫ ਦੇਣ ਲੱਗਿਆ ਕਿ ਆਏ ਵੇਦ ਪਾਠੀ ਬ੍ਰਾਹਮਣੋ ਤੁਹਾਡੇ ਪੱਲੇ ਵਿਸਕ ਇੱਕ ਪੈਸਾ ਹੀ ਪੈਸਾ ਰਹਿ ਜੂਗਾ ਧਰਮ ਕਰਮ ਸ਼ਰਮ ਜਗ ਮਰਿਆਦਾ ਉਹ ਤੁਹਾਡੇ ਵਿੱਚ ਅੱਜ ਤੋਂ ਬਿਲਕੁਲ ਨਹੀਂ ਉਹ ਖਤਮ ਹੋ ਜੂਗੀ ਨੰਦੀਗਣ ਦਸ਼ ਪ੍ਰਜਾਪਤੀ ਨੂੰ ਸਰਾਫ ਇਉਂ ਦਿੰਦਾ ਜੀ ਦਸ ਪ੍ਰਜਾਪਤ ਦੀ ਗੱਲ ਸੁਣ ਕੇ ਨੰਦੀ ਗਾਨਿਓ ਬੋਲੇ ਜੀ ਕ੍ਰੋਧ ਮਹਿ ਕੰਬਦੀ ਥਰ ਥਰ ਕਾਇਆ ਐਸਾ ਮੁਖੜਾ ਖੋਲੇ ਜੀ ਕ੍ਰੋਧ ਮੇ ਕੰਬਦੀ ਥਰ ਥਰ ਕਾਇਆ ਐਸਾ ਮੁਖੜਾ ਖੋਲੇ ਜੀ ਮੂਰਖ ਬ੍ਰਾਹਮਣ ਦੇਖਿਆ ਨਾ ਮੈਂ ਅੱਜ ਤੱਕ ਤੇਰੇ ਜੈਸਾ ਜੀ ਰਹਿ ਜੂ ਥੋੜਾ ਵੇਦ ਪਾਠੀਓ ਧਰਮ ਕਰਮ ਬਸ ਪੈਸਾ ਜੀ ਰਹਿ ਜੂ ਥੋੜਾ ਵੇਦ ਪਾਠੀਓ ਧਰਮ ਕਰਮ ਬਸ ਪੈਸਾ ਜੀ ਉਹ ਵੇਚ ਦਿਓਗੇ ਫਲ ਵੇਦਾਂ ਦਾ ਲੱਗ ਕੇ ਪਿੱਛੇ ਮਾਇਆ ਦੇ ਅੰਸ ਮਾਤਰ ਨਾ ਧਰਮ ਰਹੂਗਾ ਵਿੱਚ ਆ ਥੋੜੀ ਕਾਇਆ ਦੇ ਅੰਸ ਮਾਤਰ ਨਾ ਧਰਮ ਰਹੂਗਾ ਵਿੱਚ ਆ ਥੋੜੀ ਕਾਇਆ ਦੇ ਕਲਯੁਗ ਦੇ ਵਿੱਚ ਵਰਤੂ ਦੇਖਿਓ ਧੰਦੂਕਾਰਾ ਐਸਾ ਜੀ ਰਹਿ ਜੂ ਥੋੜਾ ਵੇਦ ਪਾਠੀਓ ਧਰਮ ਕਰਮ ਬਸ ਪੈਸਾ ਜੀ ਰਹਿ ਜੂ ਥੋੜਾ ਵੇਦ ਪਾਠੀਓ ਧਰਮ ਕਰਮ ਬਸ ਪੈਸਾ ਜੀ ਧਰਮ ਕਰਮ ਨਾ ਬ੍ਰਹਮ ਰਹੂਗਾ ਇਹ ਲੋਕਾਂ ਦੇ ਪੱਲੇ ਜੀ ਧਰਮ ਨੂੰ ਡੂੰਗਾ ਦੱਬ ਦੇਣਗੇ ਇਹ ਧਰਤੀ ਦੇ ਥੱਲੇ ਜੀ ਧਰਮ ਨੂੰ ਡੂੰਗਾ ਦੱਬ ਦੇਣਗੇ ਇਹ ਧਰਤੀ ਦੇ ਥੱਲੇ ਜੀ ਇੱਕੋ ਰੂਪ ਬਣਾ ਦੇਣਗੇ ਇਹ ਬੱਕਰੀ ਤੇ ਬੈਸਾ ਜੀ ਰਹਿ ਜੂ ਥੋੜਾ ਵੇਦ ਪਾਠੀਓ ਧਰਮ ਕਰਮ ਬਸ ਪੈਸਾ ਜੀ ਰਹਿ ਜੂ ਥੋੜਾ ਵੇਦ ਪਾਠੀਓ ਧਰਮ ਕਰਮ ਬਸ ਪੈਸਾ ਜੀ ਉਹ ਹੈ ਪੈਸਾ ਤਾਂ ਆਇਆ ਪਿੱਛੇ ਕਰਨਗੇ ਇਹ ਪਖੰਡ ਬੜੇ ਬਸ ਪੈਣ ਜਦ ਧਰਮ ਰਾਜ ਦੇ ਉਥੇ ਭੁਗਤਣ ਦੰਡ ਬੜੇ ਬਸ ਪੈਣ ਜਦ ਧਰਮ ਰਾਜ ਦੇ ਉਥੇ ਭੁਗਤਣ ਦੰਡ ਬੜੇ ਯਮਰਾਜ ਮਿਲੂ ਏ ਲੋਕਾਂ ਤਾਈ ਬਣ ਐਸੇ ਕੋ ਤੈਸਾ ਜੀ ਰਹਿ ਜੂ ਥੋੜਾ ਵੇਦ ਪਾਠੀਓ ਧਰਮ ਕਰਮ ਬਸ ਪੈਸਾ ਜੀ ਰਹਿ ਜੂ ਥੋੜਾ ਵੇਦ ਪਾਠੀਓ
ਧਰਮ ਕਰਮ ਬਸ ਪੈਸਾ ਜੀ। ਉਹ ਨਾ ਕਰਦੇ ਨਾ ਰਹਿਣ ਘਾਟ ਦੇ, ਮਾਰ ਧਰਮ ਨਾਲ ਠੱਗੀ ਜੀ। ਦਿਸੂ ਬਸੰਤਰ ਅੱਗੇ ਨਾ ਨੂੰ, ਜਦ ਆ ਘਰ ਨੂੰ ਲੱਗੀ ਜੀ। ਦਿਸੂ ਬਸੰਤਰ ਅੱਗੇ ਨਾ ਨੂੰ, ਜਦ ਆ ਘਰ ਨੂੰ ਲੱਗੀ ਜੀ। ਦੱਸਦਾ ਤੁਹਾਨੂੰ ਸਮਾਂ ਭਿਆਨਕ, ਕਲਯੁਗ ਦੇ ਵਿੱਚ ਕੈਸਾ ਜੀ। ਰਹਿ ਜੂ ਤੁਹਾਡਾ ਵੇਦ ਪਾਠੀਓ, ਧਰਮ ਕਰਮ ਬਸ ਪੈਸਾ ਜੀ। ਰਹਿ ਜੂ ਤੁਹਾਡਾ ਵੇਦ ਪਾਠੀਓ, ਧਰਮ ਕਰਮ ਬਸ ਪੈਸਾ ਜੀ। ਹੋਏ ਮਾਇਆ ਦੇ ਮੰਗਰ ਲੱਗ ਕੇ, ਇਹ ਮਾਇਆ ਦੇ ਮੰਗਰ ਲੱਗ ਕੇ, ਪੁੱਤ ਪਿਓ ਨੂੰ ਮਾਰੂਗਾ। ਬੰਦਾ ਏ ਬੰਦਾ ਨਹੀਂ ਰਹਿਣਾ, ਰੂਪ ਪਸ਼ੂ ਦਾ ਧਾਰੂਗਾ। ਬੰਦਾ ਏ ਬੰਦਾ ਨਹੀਂ ਰਹਿਣਾ, ਰੂਪ ਪਸ਼ੂ ਦਾ ਧਾਰੂਗਾ। ਖੇਤੀ ਪੱਤੀ ਛੱਡ ਦੇਣਗੇ, ਕਰਨ ਬੈਠ ਕੇ ਐਸ਼ਾ ਜੀ। ਰਹਿ ਜੂ ਤੁਹਾਡਾ ਵੇਦ ਪਾਠੀਓ, ਧਰਮ ਕਰਮ ਬਸ ਪੈਸਾ ਜੀ। ਰਹਿ ਜੂ ਤੁਹਾਡਾ ਵੇਦ ਪਾਠੀਓ, ਧਰਮ ਕਰਮ ਬਸ ਪੈਸਾ ਜੀ। ਉਹ ਬ੍ਰਾਹਮਣ ਨੂੰ ਛੱਡ ਦੇਣਗੇ, ਹੱਲੂ ਸ੍ਰਿਸ਼ਟੀ ਸਾਰੀ ਜੀ। 12 ਬਰਸ ਦੀ ਕੰਨਿਆ ਦੇਖਿਓ, ਪੁੱਤਰ ਜਣੂ ਕੁਵਾਰੀ ਜੀ। 12 ਬਰਸ ਦੀ ਕੰਨਿਆ ਦੇਖਿਓ, ਪੁੱਤਰ ਜਣੂ ਕੁਵਾਰੀ ਜੀ। ਧਰਮ ਰਹੂ ਨਾ ਚਮਕ ਦਮਕ ਬਸ, ਰਹੂ ਬਣਾਉਟੀ ਗੈਸਾ ਜੀ। ਰਹਿ ਜੂ ਤੁਹਾਡਾ ਵੇਦ ਪਾਠੀਓ, ਧਰਮ ਕਰਮ ਬਸ ਪੈਸਾ ਜੀ। ਰਹਿ ਜੂ ਤੁਹਾਡਾ ਵੇਦ ਪਾਠੀਓ, ਧਰਮ ਕਰਮ ਬਸ ਪੈਸਾ ਜੀ। ਉਹ ਦਰਸ਼ਨ ਸ਼ਹਿਰ ਤਨਹੁੱਲੇ ਵਾਲਾ, ਸੱਚੀਆਂ ਗੱਲਾਂ ਕਹਿ ਗਿਆ ਜੀ। 10 ਸਰਾਫ ਸ਼ਿਵਾ ਨੂੰ ਦੇ ਕੇ, ਆਪ ਵੀ ਉਹੀ ਲੈ ਗਿਆ ਜੀ। 10 ਸਰਾਫ ਸ਼ਿਵਾ ਨੂੰ ਦੇ ਕੇ, ਆਪ ਵੀ ਉਹੀ ਲੈ ਗਿਆ ਜੀ। ਆ ਕੇ ਆਪਣੇ ਭਗਤਾਂ ਦੀ ਭੋਲੇ, ਸਾਰ ਬਾਣੀ ਵਿੱਚ ਲੈ ਸਾਜੀ। ਰਹਿ ਜੂ ਤੁਹਾਡਾ ਵੇਦ ਪਾਠੀਓ, ਧਰਮ ਕਰਮ ਬਸ ਪੈਸਾ ਜੀ। ਰਹਿ ਜੂ ਤੁਹਾਡਾ ਵੇਦ ਪਾਠੀਓ, ਧਰਮ ਕਰਮ ਬਸ ਪੈਸਾ ਜੀ। ਇੱਕ ਸਰਾਫ ਦੇਣ ਦੇ ਬਦਲੇ ਆਪ ਵੀ ਸਾਰੀ ਵੇਦ ਪਾਠੀ ਬ੍ਰਾਹਮਣ ਕੌਮ ਨੂੰ ਸਰਾਫ ਦਿਵਾ ਲਿਆ ਨੰਦੀਗੜ੍ਹ ਦੇ ਜਵਾਨੇ। ਇਦੋਂ ਅੱਗੇ ਘਰੇ ਪਹੁੰਚਿਆ, ਆ ਕੇ ਜਗ ਮੰਡਪ ਤਿਆਰ ਕੀਤਾ। ਦੇਵਤੇ ਰਿਸ਼ੀ ਮੁਨੀ ਜੋ ਭਿਰਗੂ ਵਗੈਰਾ ਬੜੇ ਬੜੇ ਦੇਵਤਾ ਜਨ, ਨਾਰਦ ਮੁਨੀ, ਸਪਤ ਰਿਸ਼ੀ, ਸਾਰੇ ਬ੍ਰਹਮਾ ਜੀ, ਵਿਸ਼ਨੂੰ ਜੀ ਉਸ ਜਗ ਦੇ ਵਿੱਚ ਬੁਲਾਏ ਗਏ। ਉਹ ਜਗ ਦੇ ਵਿੱਚ ਦੇਵਤੇ ਕੈਲਾਸ਼ ਦੇ ਉੱਪਰ ਦੀ ਆ ਰਹੇ ਹੈ ਮਾਤ ਲੋਕ ਨੂੰ। ਸੋ ਮਾਤਾ ਪਾਰਵਤੀ ਉਮਾ ਜੀ ਪੁੱਛਦੀ ਹੈ ਕਿ ਦੇਵਤਾ ਜਨੋ ਤੁਸੀਂ ਕਿੱਥੇ ਜਾ ਰਹੇ ਹੋ? ਤਾਂ ਦੇਵਤੇ ਦੱਸਦੇ ਨੇ ਕਿ ਮਾਤਾ ਜੀ ਤੁਹਾਨੂੰ ਨਹੀਂ ਬੁਲਾਇਆ। ਕਹਿੰਦੀ ਕੀ ਕਾਰਨ? ਕਹਿੰਦੇ ਤੁਹਾਡੇ ਪਿਤਾ ਦੇ ਘਰੇ ਹੋਵੇ ਜੱਗ ਤੇ ਤੁਸੀਂ ਇੱਥੇ ਬੈਠੇ ਹੋਵੋ। ਕਹਿੰਦੀ ਨਾ ਮੈਨੂੰ ਤਾਂ ਕੋਈ ਖਬਰ ਨਹੀਂ, ਨਾ ਮੈਨੂੰ ਕੋਈ ਸੁਨੇਹਾ ਆਇਆ, ਨਾ ਮੇਰੇ ਪਤੀ ਦੇਵ ਨੂੰ ਕੋਈ ਸੁਨੇਹਾ ਭੇਜਿਆ। ਸੋ ਆ ਕੇ ਮਾਂ ਉਮਾ ਜੀ ਭਗਵਾਨ ਸ਼ੰਕਰ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਬੇਨਤੀਆਂ ਕਰਦੀ ਹੈ ਕਿ ਮੇਰੇ ਪਿਤਾ ਦੇ ਘਰੇ ਆ ਜੱਗ, ਮੇਰੇ ਨਾਲ ਉਸ ਜੱਗ ਦੇ ਵਿੱਚ ਚੱਲਣ ਦੀ ਕਿਰਪਾਲਤਾ ਕਰੋ। ਉੱਠੋ ਸਵਾਮੀ ਜੀ, ਦੇਰ ਨਾ ਲਾਓ। ਆ ਦੇਖੋ ਸਾਰੇ ਦੇਵਤੇ ਕਿਵੇਂ ਉਸ ਜੱਗ ਦੇ ਵਿੱਚ ਪਹੁੰਚ ਰਹੇ ਨੇ। ਹੋ ਸਕਦਾ ਪਿਤਾ ਜੀ ਬਾਹਲੇ ਕੰਮਾਂ ਦੇ ਕਾਰਨ ਆਪਾਂ ਨੂੰ ਭੁੱਲ ਗਏ ਹੋਣ, ਕਿਉਂਕਿ ਕਹਿੰਦੇ ਨੇ ਮਿੱਤਰ ਤੇ ਗੁਰੂ ਸ਼ਾਦੀ ਹੋਵੇ ਘਰ ਜੀ, ਬਿਨਾਂ ਸੱਦੇ ਜਾਵਣੇ ਦਾ ਨਹੀਂ ਡਰ ਜੀ। ਕਹਿੰਦੇ ਉੱਥੇ ਬਿਨਾਂ ਸੱਦੇ ਵਗ ਜਾਣਾ, ਕਿਉਂਕਿ ਮਿੱਤਰ ਦੋਸਤ ਕਈ ਵਾਰੀ ਕਈ ਕੰਮਾਂ 'ਚ ਕਈ ਵਾਰੀ ਬੁਲਾਉਣਾ ਭੁੱਲ ਜਾਂਦੇ ਆ। ਕਹਿੰਦੇ ਉੱਥੇ ਵਗ ਜਾਵੇ, ਸ਼ਾਸਤਰ ਕਹਿੰਦਾ ਕੋਈ ਦੋਸ਼ ਨਹੀਂ ਹੈ। ਲਓ ਧਿਆਨ ਦੇਣਾ। ਹੁਣ ਮਾਤਾ ਉਮਾ ਜੀ ਨੂੰ ਭਗਵਾਨ ਸ਼ੰਕਰ ਜੀ ਸਮਝਾਉਂਦੇ ਨੇ, ਪਰ ਉਹ ਸਮਝਦੀ ਨਹੀਂ ਹੈ। ਲਓ ਧਿਆਨ ਦਿਓ, ਭਗਵਾਨ ਸ਼ੰਕਰ ਦੇ ਮੂਹਰੇ ਬੇਨਤੀਆਂ ਕਰਦੀ ਮਾਂ ਉਮਾ ਸ਼ੰਕਰ ਭਗਵਾਨ ਜੀ ਨੂੰ ਉਸ ਜੱਗ ਦੇ ਵਿੱਚ ਲਿਜਾਣ ਵਾਸਤੇ ਇਉਂ ਮਿੰਨਤਾਂ ਕਰਦੀ ਹੈ ਜੀ।
ਭੋਲੇ ਨਾਥ ਨੂੰ ਆਖਦੀ ਜਗਤ ਮਾਈ ਓਏ ਭੋਲੇ ਨਾਥ ਨੂੰ ਆਖਦੀ ਜਗਤ ਮਾਈ ਚੱਲੋ ਪਿਤਾ ਦੇ ਜੱਗ ਮੇ ਨਾਲ ਮੇਰੇ ਰਿਸ਼ੀ ਮੁਨੀਆਰ ਦੇਵਤੇ ਕੁੱਲ ਜਾਂਦੇ ਓਏ ਰਿਸ਼ੀ ਮੁਨੀਆਰ ਦੇਵਤੇ ਕੁੱਲ ਜਾਂਦੇ ਚੱਲੋ ਮੰਨ ਕੇ ਤੁਸੀਂ ਸਵਾਲ ਮੇਰੇ ਓ ਪਿਤਾ ਸੱਦਣਾ ਆਪ ਨੂੰ ਭੁੱਲ ਗਏ ਨੇ ਓਏ ਪਿਤਾ ਸੱਦਣਾ ਆਪ ਨੂੰ ਭੁੱਲ ਗਏ ਨੇ ਦਰਸ਼ ਕਰਾਂ ਮੈਂ ਪਿਰਤ ਜੋ ਪਾਲ ਮੇਰੇ ਓ ਬਿਨਾ ਸੱਦੇ ਤੋਂ ਜਾਵਣਾ ਠੀਕ ਨਹੀਂ ਓਏ ਬਿਨਾ ਸੱਦੇ ਤੋਂ ਜਾਵਣਾ ਠੀਕ ਨਹੀਂ ਪਿਤਾ ਖੇਡਦਾ ਨਾਲ ਹੈ ਚਾਲ ਮੇਰੇ ਉਹ ਪਤੀ ਪਿਤਾ ਦੇ ਨਾਲ ਨਾਰਾਜ਼ ਹੋ ਗਏ ਓਏ ਪਤੀ ਪਿਤਾ ਦੇ ਨਾਲ ਨਾਰਾਜ਼ ਹੋ ਗਏ ਜੀ ਦੇ ਟੁੱਕੇ ਸੀ ਬੰਨ ਕੇ ਭਾਲ ਸੇਰੇ ਸ਼ਾਦੀ ਪਿਤਾ ਤੇ ਗੁਰੂ ਦੇ ਘਰੇ ਹੋਵੇ ਓਏ ਸ਼ਾਦੀ ਪਿਤਾ ਤੇ ਗੁਰੂ ਦੇ ਘਰੇ ਹੋਵੇ ਪੈਰੀ ਪੈਨੇ ਆਇਆ ਸੀ ਗੋ ਪਾਲ ਤੇਰੇ ਹੋ ਸ਼ੰਕਾ ਕਰੋ ਨਾ ਉੱਠ ਤੁਰੋ ਤੁਸੀਂ ਸੁਆਮੀ ਸ਼ੰਕਾ ਕਰੋ ਨਾ ਉੱਠ ਤੁਰੋ ਤੁਸੀਂ ਸੁਆਮੀ ਦੁੱਖਾਂ ਸੁੱਖਾਂ ਚ ਤੁਸੀਂ ਓ ਢਾਲ ਮੇਰੇ ਲਾਓ ਦੇਰ ਨਾ ਉੱਠਰਾ ਵਾਣੇ ਹੋਈਏ ਓਏ ਲਾਓ ਦੇਰ ਨਾ ਉੱਠਰਾ ਵਾਣੇ ਹੋਈਏ ਮਹਾ ਦੇਵ ਹੋ ਤੁਸੀਂ ਮਹਾ ਕਾਲ ਮੇਰੇ ਉਦੋਂ ਸ਼ੰਕਰ ਭਗਵਾਨ ਜਵਾਬ ਦੇਤਾ ਓਏ ਉਦੋਂ ਸ਼ੰਕਰ ਭਗਵਾਨ ਜਵਾਬ ਦੇਤਾ ਵੈਰ ਉਮਾ ਜੀ ਪਿਤਾ ਦੇ ਨਾਲ ਮੇਰੇ ਸਤੀ ਕਾਹੇ ਫਿਰ ਮੁਝ ਨੂੰ ਜਾਣ ਦੇਵੋ ਸਤੀ ਕਾਹੇ ਫਿਰ ਮੁਝ ਨੂੰ ਜਾਣ ਦੇਵੋ ਧੀ ਦੇ ਨਾਲ ਕੀ ਹਰ ਖਮਾ ਨਾਲ ਮੇਰੇ ਹੋਏ ਉਥੇ ਗੌਰ ਜਾ ਹੋਊ ਅਪਮਾਨ ਤੇਰਾ ਉਥੇ ਗੌਰ ਜਾ ਹੋਊ ਅਪਮਾਨ ਤੇਰਾ ਬੈਠ ਘਰੇ ਤੂੰ ਮਨ ਖਿਆਲ ਮੇਰੇ ਦਰਸ਼ਨ ਸ਼ਹਿਰਤ ਨੌਲੇ ਦਾ ਕਥਾ ਲਿਖਦਾ ਓਏ ਦਰਸ਼ਨ ਸ਼ਹਿਰਤ ਨੌਲੇ ਦਾ ਕਥਾ ਲਿਖਦਾ ਓਏ ਸਿਰ ਤੇ ਕੂਕ ਦਾ ਗੌਰ ਜਾ ਕਾਲ ਤੇਰੇ ਭਗਵਾਨ ਸ਼ੰਕਰ ਮਾਂ ਉਮਾ ਜੀ ਨੂੰ ਸਮਝਾਉਂਦੇ ਨੇ ਕਿ ਐ ਸਤੀਏ ਤੇਰੇ ਬਾਪ ਦੇ ਜੱਗ ਜਾਣਾ ਆਪਣਾ ਠੀਕ ਨਹੀਂ। ਕਹਿੰਦੀ ਕਾਰਨ ਕਹਿੰਦਾ ਤੇਰਾ ਪਿਤਾ ਮੇਰਾ ਅਪਮਾਨ ਕਰਨਾ ਚਾਹੁੰਦਾ ਹੈ। ਆਪਾਂ ਨੂੰ ਇਸ ਵਾਸਤੇ ਉਸਨੇ ਜੱਗ 'ਚ ਬੁਲਾਇਆ ਨਹੀਂ ਹੈ। ਆਪਣਾ ਉਸ ਜਗ੍ਹਾ ਜਾਣਾ ਠੀਕ ਨਹੀਂ ਹੈ। ਸੋ ਮਾਂ ਉਮਾ ਜੀ ਕਹਿਣ ਲੱਗੀ ਐ ਸੁਆਮੀ ਜੇ ਤੁਸੀਂ ਨਹੀਂ ਜਾਣਾ ਤਾਂ ਮੈਨੂੰ ਆਗਿਆ ਦਿਓ ਕਿਉਂਕਿ ਮੈਂ ਉੱਥੇ ਆਪਣੀਆਂ ਭੈਣਾਂ ਨੂੰ ਆਪਣੀਆਂ ਜੀਜਿਆਂ ਨੂੰ ਆਪਣੀਆਂ ਹੋਰ ਸਹੇਲੀਆਂ ਨੂੰ ਅਤੇ ਮੇਰੀ ਮਾਂ ਨੂੰ ਅਤੇ ਮੇਰੇ ਭਾਈਆਂ ਨੂੰ ਮੈਂ ਉਹਨਾਂ ਨੂੰ ਜਾ ਕੇ ਮਿਲ ਲਵਾਂ। ਕਹਿੰਦੇ ਨਹੀਂ ਉਮਾ ਜੀ ਸ਼ਾਂਤੀ ਨਾਲ ਕਲਾਸ਼ ਤੇ ਆਰਾਮ ਕਰੋ ਭਜਨ ਕਰੋ ਭਗਵਾਨ ਦਾ ਜਾਣ ਦੇ ਇਹ ਖਿਆਲ ਜਿੱਤ ਤੋਂ ਛੱਡ ਦੇ ਕਿਉਂਕਿ ਕਹਿੰਦੇ ਨੇ ਬਾਲ ਗਾਓ ਤਿਰਿਆ ਗਾਓ ਰਾਜ ਗਾਓ ਇਹ ਤਿੰਨ ਗਾਓ ਮਾੜੇ ਮਾੜੇ ਨੇ ਜਿੱਧਰ ਨੂੰ ਪੈ ਜਾਣ। ਹੁਣ ਤਿਰਿਆ ਗਾਓ ਮਾਤਾ ਉਮਾ ਜੀ ਦੀ ਜਿੱਦ ਕਹਿੰਦੀ ਜੇ ਤੁਸੀਂ ਨਹੀਂ ਜਾਣਾ ਤਾਂ ਮੈਂ ਤਾਂ ਲਾਜ਼ਮੀ ਜਾਊਂਗੀ। ਕਹਿੰਦੇ ਨਾ ਜਾ ਸਤੀ ਰਾਮ ਨਾਲ ਬਹਿ ਜਾ ਭਜਨ ਕਰੋ ਰਾਮ ਰਾਮ ਕਰੋ। ਕਹਿੰਦੀ ਨਹੀਂ ਮੈਂ ਤਾਂ ਪਿਤਾ ਦੇ ਜੱਗ ਜ਼ਰੂਰ ਜਾਊਂਗੀ। ਲੋ ਭਗਵਾਨ ਸ਼ੰਕਰ ਜੀ ਕ੍ਰੋਧਿਤ ਹੋ ਕੇ ਸ਼ਰਾਫ ਦੇਣ ਲੱਗੇ ਨੇ ਮਾਤਾ ਉਮਾ ਜੀ ਨੂੰ ਲੈ ਉਮਾ ਵਗ ਜਾ ਬੇਸ਼ੱਕ ਮੈਂ ਤੈਨੂੰ ਰੋਕਦਾ ਨਹੀਂ ਹਾਂ। ਮੈਂ ਰੋਕਣ ਵਾਲਾ ਵੀ ਕੌਣ ਆ ਤੂੰ ਆਪਣੀ ਜਿੱਦ ਤੇ ਅੜੀ ਹੋਈ ਹੈ। ਪਰ ਲੈ ਗੱਲ ਸੁਣ ਲੈ ਉਸ ਟਾਈਮ ਦਾ ਨਕਸ਼ਾ ਧਨੌਲੇ ਵਾਲੇ ਪਾਠਕ ਭਰਾ
ਗਿਆਨੀ ਦਰਸ਼ਨ ਸਿੰਘ ਦਾ ਕਵੀਸ਼ਰ ਜਥਾ ਇਹੋ ਬਿਆਨ ਕਰਦਾ ਜੀ। ਸ਼ੰਭੂ ਹੱਟ ਦੇਖਿਓ ਕਹਿਣੇ ਬੋਲ ਕੇ, ਹੋਣ ਵਾਲਾ ਹਾਲ ਦੱਸ ਰਹੇ ਖੋਲ ਕੇ। ਹਾਂ ਹੋਣ ਵਾਲਾ ਹਾਲ ਦੱਸ ਰਹੇ ਖੋਲ ਕੇ। ਮਾਣ ਭੰਗ ਆਪਣਾ ਕਰੇਗੀ ਸਤੀਏ, ਮਚ ਕੇ ਹਵਨ में मरेगी सतिए, मच के हवन में मरेगी सतिए। हो तैनू नहीं बुलाउणा तेरे माई बाप ने, दिल विच उन्हां दे अनेक पाप ने। हाँ दिल विच उन्हां दे अनेक पाप ने। याद कर हों के जे भरेंगी सतिए, मच के हवन में मरेगी सतिए, मच के हवन में मरेगी सतिए। होए ओथे जीजे भैणा सब आउण तेरियां, रोवेंगी ओ नाने जद अखां फेरियां। रोवेंगी ओ नाने जद अखां फेरियां। दोष की दे सिर तू तरेंगी सतिए, मच के हवन में मरेगी सतिए, मच के हवन में मरेगी सतिए। वो जीजे लगे जदों टिचरा करने नी, ताने सोने तेरा हो जूगा मरन नी। हाँ ताने सोने तेरा हो जूगा मरन नी। की दे नाल तू लड़ेंगी सतिए, मच के हवन में मरेगी सतिए, मच के हवन में मरेगी सतिए। वो ब्राह्मण भी तेरी सुननेंगे गलना, मौत बिना रहना कोई होर हल ना। ओथे मौत बिना रहना कोई होर हल ना। हुंदा अपमान ना जरेगी सतिए, मच के हवन में मरेगी सतिए, मच के हवन में मरेगी सतिए। वो जिद छड़ जिद छड़ बह जा मन मेरा कहना तू, छड़ दे मौत बाले रंद पैना तू, छड़ दे मौत बाले रंद पैना तू। लूण दे समान तू खरेंगी सतिए, मच के हवन में मरेगी सतिए, मच के हवन में मरेगी सतिए। हो मुड़े ना जियांदी गई जे कैलाश ते, हिंड छड़ भोले नाथ पाउंदे वास्ते। हाँ हिंड छड़ भोले नाथ पाउंदे वास्ते। बर्फ समान तू ठहरेंगी सतिए, मच के हवन में मरेगी सतिए, मच के हवन में मरेगी सतिए। वो दर्शन तनोला हिंड ओ माई दी,
ਚੱਲ ਪੀ ਕੈਲਾਸ਼ੋਂ ਹਟੀ ਨਾ ਹਟਾਈ ਜੀ, ਚੱਲ ਪੀ ਕੈਲਾਸ਼ੋਂ ਹਟੀ ਨਾ ਹਟਾਈ ਜੀ। मौत बेना सार ना करेंगी सतीए, मच के हवन में मारेंगी सतीए, मच के हवन में मारेंगी सतीए। ਲੋ ਜਦੋਂ ਮਾਤਾ ਉਮਾ ਹਟੀ ਨਾ ਹਟਾਈ, ਬਹੁਤ ਜ਼ੋਰ ਲਾਇਆ ਭਗਵਾਨ ਸ਼ੰਕਰ ਜੀ ਨੇ, ਭੋਲੇਨਾਥ ਨੇ, ਕਿ ਜਾਣਦੇ ਇਹ ਖਿਆਲ ਕੱਢਦੇ ਦਿਮਾਗ ਦੇ ਵਿੱਚੋਂ, ਪਰ ਨਹੀਂ, ਹਟੀ ਨਾ ਹਟਾਈ, ਤੁਰ ਪਈ ਕੈਲਾਸ਼ ਦੇ ਉੱਤੋਂ। ਕਹਿੰਦੇ ਜਾ ਫਿਰ ਤੇਰਾ ਇਹ ਸਰੀਰ ਮੁੜ ਕੇ ਸਾਡੇ ਸਾਹਮਣੇ ਜਿਉਂਦਾ ਨਹੀਂ ਆਉਣਾ, ਉੱਥੇ ਤੂੰ ਅਗਨ ਦੇ ਵਿੱਚ ਮੱਚ ਕੇ ਤੈਨੂੰ ਸਤੀ ਹੋਣਾ ਪੈਣਾ, ਤੈਨੂੰ ਕਿਸੇ ਨੇ ਬੁਲਾਉਣਾ ਨਹੀਂ। ਉੱਥੇ ਤੁਹਾਡੇ ਨਾਲ ਉਮਾ ਜੀ ਕਿਸੇ ਨੇ ਅੱਖ ਵੀ ਨਹੀਂ ਮਿਲਾਉਣੀ, ਬੁਲਾਉਣਾ ਤਾਂ ਦੂਰ ਦੀ ਗੱਲ ਰਹੀ। ਕਹਿੰਦੀ ਨਹੀਂ, ਉੱਥੇ ਮੇਰੇ ਜੀਜੇ ਆਉਣਗੇ, ਮੇਰੀਆਂ ਭੈਣਾਂ ਆਉਣਗੀਆਂ, ਕਿਉਂਕਿ 27 ਜਿਹੜੇ ਨਛੱਤਰ ਨੇ ਜੋਤਿਸ਼ ਵਿਦਿਆ ਦੇ ਅਨੁਸਾਰ, ਇਹ 27 ਨਛੱਤਰ ਵੀ ਦਸ਼ ਪ੍ਰਜਾਪਤੀ ਦੇ ਧੀਆਂ ਨੇ। ਇਹ ਚੰਦਰਮਾ ਨੂੰ ਵਿਆਹੀਆਂ ਹੋਈਆਂ ਨੇ, ਕਿਉਂਕਿ ਚੰਦਰਮਾ ਦੇ ਨਾਲ ਹੀ ਸਾਰਾ ਇਹ ਜੋੜ ਚੱਲਦਾ ਜੋਤਿਸ਼ ਦਾ। ਅਤੇ ਇੱਕ ਸ਼ੰਕਰ ਭਗਵਾਨ ਜੀ ਦੇ ਘਰੇ ਆ ਉਮਾ ਜੀ। ਸੋ ਉਮਾ ਹਟੀ ਨਹੀਂ ਹਟਾਈ, ਜੱਗ ਨੂੰ ਚੱਲ ਪਈ ਹੈ। ਕੀ ਦੇਖਿਆ ਜਦੋਂ ਜੱਗ ਮੰਡਪ ਦੇ ਵਿੱਚ ਪਹੁੰਚੀ ਹੈ, ਦੇਵਤਾ ਜਨ ਬੈਠੇ ਹੈ, ਸਹੇਲੀਆਂ ਲਵੇ ਲਾਉਣੀ ਫਿਰਦੀਆਂ ਨੇ, ਪ੍ਰਾਹੁਣੇ ਚਾਰੀ ਬੈਠੇ ਨੇ ਆਪੋ ਆਪਣੀ ਪਲੰਘਾਂ ਤੇ। ਜਿਹੜੇ ਸੇਵਕ ਨੇ ਉਹ ਸੇਵਾ ਕਰਦੇ ਤੁਰੇ ਫਿਰਦੇ ਹੈ, ਕੋਈ ਕੁਛ ਕਰਦਾ, ਕੋਈ ਕੁਛ ਕਰਦਾ। ਜਾਣੇ ਜੱਗ ਦੇ ਜਿੰਨੇ ਵੀ ਕਾਰਜ ਹੁੰਦੇ ਹੈ ਉਹ ਸਾਰੇ ਸੇਵਕ ਜਨ ਕਰਦੇ ਫਿਰਦੇ ਹੈ। ਅਖੀਰ 4 ਚੁਫੇਰੇ ਝਾਕ ਕੇ ਨਿਗਾਹ ਮਾਰੀ, ਕੋਈ ਵੀ ਝਾਕਦਾ ਨਹੀਂ, ਬੁਲਾਉਣ ਵਾਲਾ ਕੋਈ ਨਹੀਂ ਦਿਸਿਆ। ਅਖੀਰ ਮਾਤਾ ਆਪਣੀ ਮਾਤਾ ਦੇ ਮਹਿਲ ਨੂੰ ਸਿੱਧੀ ਹੋ ਗਈ ਹੈ ਉਮਾ ਜੀ, ਕਿ ਚਲੋ ਮਾਤਾ ਜੀ ਦੇ ਦਰਸ਼ਨ ਤਾਂ ਕਰੀਏ। ਜਦੋਂ ਉੱਥੇ ਆਈ ਤਾਂ ਮਾਤਾ ਜੀ ਨੇ ਦੇਖ ਕੇ ਕਿ ਉਮਾ ਆ ਗਈ, ਹੁਕਮ ਸਖਤ ਹੈ ਦਸ਼ ਪ੍ਰਜਾਪਤੀ ਦਾ ਕਿ ਜਿਹੜਾ ਵੀ ਬੰਦਾ, ਜਿਹੜਾ ਵੀ ਇਨਸਾਨ ਇਸ ਜੱਗ ਦੇ ਵਿੱਚ ਮੈਂ ਉਮਾ ਜੀ ਨੂੰ ਜਾਂ ਸ਼ੰਕਰ ਨੂੰ ਬੁਲਾਉਂਦੇ ਦੇਖ ਲਿਆ, ਤੁਰਤ ਉਸ ਨੂੰ ਇਸ ਜੱਗ ਮੰਡਪ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਊਗਾ। ਗੁੱਸਾ ਨਾ ਮੰਨਿਓ, ਇਹ ਮੇਰਾ ਹੁਕਮ ਹੈ। ਸੋ ਉਹ ਹੁਕਮ ਤੇ ਚੱਲਦੇ ਆ। ਜਨਮ ਦੇਣ ਵਾਲੀ ਮਾਤਾ ਉਹ ਵੀ ਅੱਖਾਂ ਫੇਰ ਕੇ ਖੜ ਗਈ। ਮਾਤਾ ਉਮਾ ਨੂੰ ਦੇਖ ਕੇ ਪਿੱਠ ਕਰ ਲਈ ਹੈ। ਲੋ ਧਿਆਨ ਦੇਣਾ, ਉਸ ਟਾਈਮ ਦਾ ਨਕਸ਼ਾ ਅੱਧ ਨੌਲੇ ਵਾਲੇ ਤਿੰਨੇ ਪਾਠਕ ਭਰਾ ਸਕੇ ਹੇ ਕਿਉਂ ਪੇਸ਼ ਕਰਦੇ ਆ ਜੀ। ਉਮਾ ਚੱਲ ਕੇ ਕੈਲਾਸ਼ੋਂ ਆਈ, ਕੋਈ ਨਾਮ ਲਾਉਂਦਾ ਸੱਥਰੀ ਪਾਸਾ, ਵਟ ਗਏ ਬਾਪ ਤੇ ਮਾਈ, ਉਮਾ ਫਿਰ ਦੀ ਪਮਤਰੀ। सेदा माता बालियो उसने तकाली, कहाँ थी मैं जम्मी तेरिया मुख, मोड़गी जन्म देण वाली, देखती नू अखां फेरिया। हो किमें पति दा हुकम मात मोड़े, उठ दे डडूले प्यार दे पै गए, धी नालों सख्त बिछोड़े, खड़ी तके बिच बार दे। लाडा चामा नाल निक्की हुंदी पाली, प्यार दे के ते पसेरियां मुख, मोड़गी जन्म देण वाली, देखती नू अखां फेरियां। होयो मां झाकदी ऐ चार चुफेरे, दिसदा ना कोई दर्दी दुख, लिखे ना ललाट विच मेरे, दिल च विचारा करदी। अज निकल जिंदा आ सुखाली, अखां मूरे आउण नेरियां मुख, मोड़गी जन्म देण वाली,
ਦੇਖ ਧੀ ਨੂੰ ਅੱਖਾਂ ਫੇਰੀਆਂ। ਉਹ ਜੀਜੇ ਭੈਣਾਂ ਵੀ ਫਿਰ ਨੇ ਉੱਥੇ ਆਈਆਂ, ਕਿਸੇ ਨੇ ਵੀ ਪੁੱਛੀ ਬਾਤ ਨਾ ਫਿਰੇ। ਪਾਰਬਤੀ ਵਾਂਗ ਸ਼ੁਦਾਈਆਂ, ਬੋਲੇ ਭੈਣ ਤੇ ਪਰਾਤ ਨਾ। ਫੇਰ ਧੀ ਸ਼ੰਭੂ ਦੇ ਵੱਲ ਲਾਲੀ, ਪਈਆਂ ਆ ਘੁੰਮਣ ਘੇਰੀਆਂ। ਮੁਖ ਮੋੜਗੀ ਜਨਮ ਦੇਣ ਵਾਲੀ, ਦੇਖ ਧੀ ਨੂੰ ਅੱਖਾਂ ਫੇਰੀਆਂ। ਉਹ ਥੱਕ ਹਾਰ ਕੇ ਭੈਣਾਂ ਦੇ ਕੋਲੇ ਬਹਿ ਗਈ, ਥੱਕ ਹਾਰ ਕੇ ਭੈਣਾਂ ਦੇ ਕੋਲੇ ਬਹਿ ਗਈ। ਉਹ ਮਾਂ ਹੋ ਕੇ ਤੇ ਉਦਾਸ ਜੀ, ਯਾਦ ਭੋਲੇ ਨੂੰ ਕਰਨੇ ਉਦੋਂ ਡੈਗੀ। ਤੁਸੀਂ ਦਿਓ ਧਰਵਾਸ ਜੀ। ਬਸ ਤੂੰ ਹੀ ਹੈ ਜਗਤ ਦਾ ਮਾਲੀ, ਆਕੇ ਨਾਥ ਸੁਣੋ ਢੇਰੀਆਂ। ਮੁਖ ਮੋੜਗੀ ਜਨਮ ਦੇਣ ਵਾਲੀ, ਦੇਖ ਧੀ ਨੂੰ ਅੱਖਾਂ ਫੇਰੀਆਂ। ਉਹ ਸ਼ਹਿਰੀ ਦਰਸ਼ਨ ਤਨੋਲੇ ਵਾਲਾ, ਕਥਾ ਲਿਖੇ ਉਹ ਮਹਾਮਾਈ ਦੀ ਜੋੜੀ। ਪਾਠਕ ਪਹਰਾਵਾਂ ਦੀ ਪਿਆਰੀ, ਮਨੇ ਬਣਾਉਣ ਰਾਈ ਦੀ। ਗੁਰੂ ਚਰਨੋਂ ਮੈਂ ਉਮਰ ਨਗਾਲੀ, ਸ਼੍ਰੀ ਸ਼ਾਮ ਓਟਾਂ ਤੇਰੀਆਂ। ਮੁਖ ਮੋੜਗੀ ਜਨਮ ਦੇਣ ਵਾਲੀ, ਦੇਖ ਧੀ ਨੂੰ ਅੱਖਾਂ ਫੇਰੀਆਂ। ਮੁਖ ਮੋੜਗੀ ਜਨਮ ਦੇਣ ਵਾਲੀ, ਦੇਖ ਧੀ ਨੂੰ ਅੱਖਾਂ ਫੇਰੀਆਂ। ਲਓ ਜੀ, ਜਦੋਂ ਜਨਮ ਦੇਣ ਵਾਲੀ, ਮੁਖ ਮੋੜ ਗਈ ਜਨਮ ਦੇਣ ਵਾਲੀ, ਜਿਹਨੇ ਧੀ ਨੂੰ ਜਨਮ ਦਿੱਤਾ, ਲਾਡ ਲੜਾਇਆ, ਉਂਗਲੀ ਫੜ ਕੇ ਤੁਰਨ ਸਿਖਾਇਆ, ਅੱਜ ਉਹ ਵੀ ਪਿੱਠ ਕਰਕੇ ਖੜ ਗਈ। ਕੋਈ ਪੇਸ਼ ਨਹੀਂ ਜਾਂਦੀ, ਮੁੜੇ ਆਈ। ਆ ਕੇ ਕੌਣ? ਜਿੱਥੇ ਆਪਣੀਆਂ ਭੈਣਾਂ ਬੈਠੀਆਂ ਸੀ, ਜੀਜੇ ਬੈਠੇ ਸੀ, ਉੱਥੇ ਆ ਕੇ ਸੋਚਿਆ ਕਿ ਮੈਂ ਇਹਨਾਂ ਨਾਲ ਦੋ ਚਾਰ ਗੱਲਾਂ ਕਰਾਂ। ਕੋਈ ਸਹੇਲੀ ਦਾ ਬਤਾਊ, ਕੋਈ ਮੇਰੀ ਭੈਣ ਤਾਂ ਮੈਨੂੰ ਬੁਲਾਊਗੀ। ਪਰ ਉਹ ਬੁਲਾਉਣ ਦੀ ਬਜਾਏ ਸਾਰੀਆਂ ਹੋ ਕੇ ਇਕੱਠੀਆਂ ਠੱਠਾ ਮਖੌਲ ਕਰਨ ਲੱਗੀਆਂ ਨੇ, ਕਿਉਂਕਿ ਸਾਲੀਆਂ ਨੇ ਭਗਵਾਨ ਸ਼ੰਕਰ ਜੀ ਦੀਆਂ। ਸੋ ਸ਼ੰਕਰ ਜੀ ਬਾਰੇ ਪੁੱਛਣ ਲੱਗੀਆਂ ਨੇ। ਧਿਆਨ ਦੇਣਾ ਗੌਰ ਨਾਲ, ਕਿਉਂਕਿ ਅੱਜ ਭਗਵਾਨ ਉਹ ਸ਼ੰਕਰ ਜੀ ਦੀ, ਮਹਾਰਾਜ ਜੀ ਉਮਾ ਦੀ ਬੇਇੱਜ਼ਤੀ ਇਸ ਭਰੇ ਪੰਡਾਲ ਦੇ ਵਿੱਚ ਹੋ ਰਹੀ ਹੈ, ਦੇਖ ਰਹੀ ਹੈ ਸਾਰੀ ਦੁਨੀਆ। ਉਹ ਸਾਰੀਆਂ ਸਾਲੀਆਂ ਆਪਣੇ ਜੀਜੇ ਪ੍ਰਤੀ ਅਪ ਸ਼ਬਦ ਬੋਲਦੀਆਂ ਹੋਈਆਂ ਆਪਣੀ ਭੈਣ ਨੂੰ ਟਿਚਣਾ ਕਰਨ ਤੁਰੀਆਂ ਨੇ। ਉਸ ਟਾਈਮ ਦਾ ਨਕਸ਼ਾ ਸੁਣੋ ਧਨੌਲੇ ਵਾਲੇ ਕਵਿਸ਼ਰਾਂ ਤੋਂ ਹੈ ਇਉਂ ਦੱਸਿਆ ਜੀ। ਕੋਲੇ ਆ ਕੇ ਭੈਣਾਂ ਦੇ ਉਹ ਮਾਂ ਲੱਗੀ ਸੋਚਣ ਬਹਿ ਕੇ, ਜੀਜੇ ਕਰਨੇ ਟਿਚਰਾਇਓ ਕਹੁੜੇ ਬੋਲ ਜਵਾਨੋ ਕਹਿ ਕੇ। ਭੈਣਾ ਮਾਰਨ ਬੋਲੀਓ ਕਹਿ ਕੇ, ਅੱਗ ਜਿਗਰ ਨੂੰ ਲਾਈ। ਜੀਜੇ ਭੂਤ ਰਾਜ ਨੂੰ ਤੂੰ ਭੈਣੇ ਦੱਸ ਕਿੱਥੇ ਛੱਡ ਆਈ। ਉਹ ਕੋਈ ਟਿਚਰਾ ਕਰਦੀ ਐ ਭਾਲਦਾ ਫਿਰਦਾ ਸੱਪ ਸਪੇਰਾ, ਆੜੀ ਨਾਲ ਠੂਹਿਆਂ ਦੇ ਊਤਾ ਲੱਗਦਾ ਜੀਜਾ ਮੇਰਾ। ਉਹ ਮਾਇਆ ਗਈ ਇਧਰ ਨੂੰ ਉਹਨੂੰ ਨਹੀਂ ਸਰਾਲ ਥਿਆਈ। ਜੀਜੇ ਭੂਤ ਰਾਜ ਨੂੰ ਤੂੰ ਭੈਣੇ ਦੱਸ ਕਿੱਥੇ ਛੱਡ ਆਈ। ਉਹ ਕੋਈ ਆਖੇ ਅਮਲੀ ਐ, ਕੋਈ ਆਖੇ ਅਮਲੀ ਐ ਭਾਲਦਾ ਫਿਰਦਾ ਭੰਗਤ ਤੂਰੇ, ਨਸ਼ਾ ਕੋਈ ਨਾ ਛੱਡਦਾ ਨੀ ਜਿਹੜਾ ਆਜੇ ਜੀਵ ਦੇ ਮੂਰੇ। ਹੱਥ ਖਸ ਵਿੱਚ ਸੁੱਖੇ ਦੇ ਪੀਂਦਾ ਰਗੜ ਰੋਜ਼ ਸਰਦਾਈ। ਜੀਜੇ ਭੂਤ ਰਾਜ ਨੂੰ ਤੂੰ ਭੈਣੇ
ਦੱਸ ਕਿੱਥੇ ਛੱਡ ਆਈ। ਹੋ ਕੋਈ ਆਖੇ ਭੈਣੇ ਨੀ ਤੁਸੀਂ ਓ ਦੋਨੇ ਜੀ ਸਪੇਰੇ, ਪਰੇ ਰਹੀ ਜੋ ਆਕਾਂ ਤੋਂ ਇੱਕ ਦੋ ਪਾਸ ਹੋਣਗੇ ਤੇਰੇ। ਸੱਪ ਠੂਹੇ ਰੱਖ ਰੱਖ ਕੇ ਉਹ ਤਾਂ ਹੋਇਆ ਫਿਰੇ ਸੁਦਾਈ। ਜੀਜੇ ਭੂਤ ਰਾਜ ਨੂੰ ਤੂੰ ਭੈਣੇ ਦੱਸ ਕਿੱਥੇ ਛੱਡ ਆਈ। ਹੋ ਕੋਈ ਕਹਿੰਦੀ ਜੀ ਜਾਣੀ ਮੇਰਾ ਤੀਨ ਲੋਕ ਤੋਂ ਨਿਆਰਾ, ਸਵਾ ਮਲ ਕੇ ਪਿੰਡੇ ਤੇ ਨਹਾਉਂਦਾ ਨਹੀਂ ਬਰਸਿਓ ਬਾਰਾਂ। ਸਵਾਦੋ ਸਿਰ ਪੱਕੀ ਨੀ ਰੱਖਦਾ ਹੈ ਸਿਰ ਦੇ ਵਿੱਚ ਪਾਈ। ਜੀਜੇ ਭੂਤ ਰਾਜ ਨੂੰ ਤੂੰ ਭੈਣੇ ਦੱਸ ਕਿੱਥੇ ਛੱਡ ਆਈ। ਹੋ ਕੋਈ ਕਹਿੰਦੀ ਜੀ ਜਾਣੀ ਮੇਰਾ ਹੈ ਬਹੁਤ ਮਤ ਵਾਲਾ, ਪੁੱਠਾ ਤਵਾ ਕੀ ਰੀਸ ਕਰੇ ਐਸਾ ਰੰਗ ਉਸ ਦਾ ਕਾਲਾ। ਪੀ ਭੰਗ ਤਤੂਰੇ ਨੀ ਦਾੜੀ ਪੀਲੀ ਫੂਕ ਬਣਾਈ। ਜੀਜੇ ਭੂਤ ਰਾਜ ਨੂੰ ਤੂੰ ਭੈਣੇ ਦੱਸ ਕਿੱਥੇ ਛੱਡ ਆਈ। ਉਹ ਕੋਈ ਆਖੇ ਬਸ ਕਰ ਜੋ, ਕੋਈ ਆਖੇ ਬਸ ਕਰ ਜੋ ਨੀ ਕਾਤੋਂ ਮਗਰ ਇਸ ਦੇ ਪਈਆਂ। ਉਹ ਮਾਰ ਤਾੜੀਆਂ ਨੂੰ ਹੱਸਣ ਆਪਸ ਵਿੱਚ ਲੱਗ ਪਈਆਂ। ਆਖਰੀ ਉਹ ਬਾਬਲ ਦਾ ਸਭ ਤੋਂ ਵੱਡਾ ਦੇਖ ਜਵਾਈ। ਜੀਜੇ ਭੂਤ ਰਾਜ ਨੂੰ ਤੂੰ ਭੈਣੇ ਦੱਸ ਕਿੱਥੇ ਛੱਡ ਆਈ। ਹੋ ਜੇ ਕਸਰ ਰਹੀ ਕੋਈ ਲਿਖ ਦੂ ਦਰਸ਼ਨ ਸ਼ੈਰੀ ਗੀਤ, ਕਥਾ ਭੋਲੇ ਸ਼ੰਕਰ ਦੀ ਗਾਊ ਮਿੱਠੂ ਨਾਲ ਪ੍ਰੀਤ। ਕਿਉਂ ਕੀਲ ਸਰੋਤਿਆਂ ਨੂੰ ਲੰਮੀ ਹੇਕ ਜਦੋਂ ਖਿੱਚ ਲਾਈ। ਜੀਜੇ ਭੂਤ ਰਾਜ ਨੂੰ ਤੂੰ ਭੈਣੇ ਦੱਸ ਕਿੱਥੇ ਛੱਡ ਆਈ। ਜੀਜੇ ਭੂਤ ਰਾਜ ਨੂੰ ਤੂੰ ਭੈਣੇ ਦੱਸ ਕਿੱਥੇ ਛੱਡ ਆਈ। ਲੋ ਇੰਨੀਆਂ ਟਿਚਰਾਂ ਸੁਣ ਕੇ ਨਾ ਸਹਾਰਦੀ ਹੋਈ ਅਖੀਰ ਜੱਗ ਮੰਡਪ ਦੇ ਵਿੱਚ ਆ ਗਈ ਹੈ, ਜਿੱਥੇ ਕਿ ਬ੍ਰਾਹਮਣ ਲੋਕ ਵੇਦ ਪਾਠੀ ਜੱਗ 'ਚ ਆਹੂਤੀਆਂ ਸੰਪੂਰਨ ਕਰ ਰਹੇ ਨੇ, ਪਾ ਰਹੇ ਨੇ। ਆਹੂਤੀ ਪਾਈ ਗਈ ਹੈ। ਓਮ ਨਮੋ ਵਿਸ਼ਨੂੰ ਆਏ ਨਮः, ਓਮ ਨਮੋ ਬਰਮਾ ਆਏ ਨਮः। ਭਗਵਾਨ ਸ਼ੰਕਰ ਦਾ ਨਾਂ ਕਾਟੀ ਫੇਰਤੀ। ਅੱਗੇ ਲੰਘ ਤੁਰੇ ਦੇਵਤਿਆਂ ਨੇ ਆਹੂਤੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ। ਮਾਤਾ ਉਮਾ ਇਹ ਦੇਖ ਕੇ ਕ੍ਰੋਧ ਹੋ ਗਈ ਹੈ। ਪੰਡਤ ਜੀ ਨੂੰ, ਸ਼ਰਮਾ ਜੀ ਨੂੰ ਬੋਲ ਕੇ ਕਹਿਣ ਲੱਗੀ ਹੈ ਕਿ ਐ ਮਹਾਰਾਜ ਜੱਗ ਕਰਾਉਣ ਵਾਲੇ ਸਵਾਮੀ, ਤੁਸੀਂ ਮੇਰੇ ਪਤੀ ਨੂੰ ਕਿਉਂ ਛੱਡਿਆ? ਇੱਕ ਮੇਰੇ ਪਤੀ ਦੇ ਨਾਂ ਦੀ ਵੀ ਆਹੂਤੀ ਇਹ ਜੱਗ ਦੇ ਵਿੱਚ ਪਾ ਕੇ ਜੱਗ ਨੂੰ ਸੰਪੂਰਨਤਾ ਬਖਸ਼ੋ, ਨਹੀਂ ਜੱਗ ਸੰਪੂਰਨ ਨਹੀਂ ਹੋਣਾ। ਉਹ ਕਹਿੰਦੇ ਉਮਾ ਜੀ ਇੱਕ ਛੱਡ ਦੋ ਆਹੂਤੀਆਂ ਪਵਾ ਲੈ, ਪਰ ਮੈਂ ਇੱਕ ਸ਼ਰਤ ਤੇ ਪਾਉਂਗਾ। ਕਹਿੰਦੀ ਉਹ ਕੀ ਹੈ? ਕਹਿੰਦੇ ਉਹ ਸਾਹਮਣੇ ਤੇਰੇ ਪਿਤਾ ਜੀ ਬੈਠੇ ਨੇ, ਉਹਨਾਂ ਤੋਂ ਕਹਾ ਦੇ ਇੱਕ ਛੱਡ ਕੇ ਦੋ ਆਹੂਤੀਆਂ ਤੇਰੇ ਪਤੀ ਦੇ ਨਾਂ ਦੀਆਂ ਅਸੀਂ ਇਸ ਹਵਨ ਦੇ ਵਿੱਚ ਪਾ ਦਿਆਂਗੇ। ਲੋ ਦੋਨਾਂ ਦਾ ਵਾਰਤਾਲਾਪ ਸੁਣੋ। ਉਸ ਟਾਈਮ ਦੀ ਵਾਰਤਾ ਧਨੌਲੇ ਵਾਲੇ ਪਾਠਕ ਭਰਾਹੇ ਕਿਉਂ ਬਿਆਨ ਕਰਦੇ ਆ ਜੀ। ਕੋਲੇ ਪੰਡਤਾਂ ਦੇ ਜਾਵੇ, ਮੂੰਹੋਂ ਬੋਲਿਓ ਸੁਣਾਵੇ, ਕਾਦੇ ਲਹੋਂ ਪਰ ਧਿਆਵੇ, ਮੰਨੋ ਮੇਰੀ ਬਾਤ ਜੀ। ਪਾ ਦਿਓ ਆਹੂਤੀ ਸ਼ਿਵ ਭੋਲੇਨਾਥ ਦੀ, ਪਾ ਦਿਓ ਆਹੂਤੀ ਸ਼ਿਵ ਭੋਲੇਨਾਥ ਦੀ। ਦਿੰਦੇ ਪੰਡਤ ਆਵਾਜ਼ ਸਾਨੂੰ ਕੋਈ ਨਹੀਂ ਤਰਾਜ, ਹੋ ਜੂ ਮਾਲਕ ਨਾਰਾਜ, ਨਾ ਬਾਹਰ ਆਪ ਤੋਂ ਪਾ ਦੂੰ ਮੈਂ ਆਹੂਤੀ, ਤੂੰ ਕਹਾ ਦੇ ਬਾਪ ਤੋਂ ਪਾ ਦੂੰ ਮੈਂ ਆਹੂਤੀ, ਤੂੰ ਕਹਾ ਦੇ ਬਾਪ ਤੋਂ। ਹੋ ਕਰ ਬਾਬਲਾ ਵਿਚਾਰ
ਐਸਾ ਛੱਡ ਤੂੰ ਹੰਕਾਰ, ਉਹਨੂੰ ਮੰਨੇ ਸੰਸਾਰ, ਹੈ ਨੇ ਭਾਉਂਦਾ ਸਾਥ ਜੀ, ਪਾ ਦਿਓ ਆਹੂਤੀ ਸ਼ਿਵ ਭੋਲੇਨਾਥ ਦੀ, ਪਾ ਦਿਓ ਆਹੂਤੀ ਸ਼ਿਵ ਭੋਲੇਨਾਥ ਦੀ। ਬੈਠਾ 10 ਸ਼ੇਰ ਮਾਰੇ, ਗੱਲ ਹੈ ਨੀ ਮੇਰੇ ਸਾਰੇ, ਮੁਖੋਂ ਪੰਡਤ ਉਚਾਰੇ, ਡਰਾਂ ਇਸੇ ਸਾਫ ਤੋਂ, ਪਾ ਦੂੰ ਮੈਂ ਆਹੂਤੀ ਤੂੰ ਕਹਾ ਦੇ ਬਾਪ ਤੋਂ, ਪਾ ਦੂੰ ਮੈਂ ਆਹੂਤੀ ਤੂੰ ਕਹਾ ਦੇ ਬਾਪ ਤੋਂ। ਲੈ ਕੇ ਆਇਆ ਤੇਰੇ ਜਨ ਲੈ ਕੇ ਆਇਆ ਤੇਰੇ ਜਨ, ਸੇਰੇ ਸੀਸ ਉੱਤੇ ਬੰਨ, ਬਾਪੂ ਮੇਰੀ ਗੱਲ ਮੰਨ, ਲਓ ਨਾ ਸਰਾਪ ਜੀ, ਪਾ ਦਿਓ ਆਹੂਤੀ ਸ਼ਿਵ ਭੋਲੇਨਾਥ ਦੀ, ਪਾ ਦਿਓ ਆਹੂਤੀ ਸ਼ਿਵ ਭੋਲੇਨਾਥ ਦੀ। ਮੇਰਾ ਕੀਤਾ ਅਪਮਾਨ, ਬਣ ਬੈਠਾ ਭਗਵਾਨ, ਉਹਨੂੰ ਕਰਾਂ ਮੈਂ ਹੈਰਾਨ, ਐ ਠਾ ਦੂੰ ਜਾਪ ਤੋਂ, ਪਾ ਦੂੰ ਮੈਂ ਆਹੂਤੀ ਤੂੰ ਕਹਾ ਦੇ ਬਾਪ ਤੋਂ, ਪਾ ਦੂੰ ਮੈਂ ਆਹੂਤੀ ਤੂੰ ਕਹਾ ਦੇ ਬਾਪ ਤੋਂ। ਹੋ ਨੀਵੇਂ ਹੁੰਦੇ ਧੀਆਂ ਵਾਲੇ, ਬੋਲ ਬੋਲਣੇ ਸੁਖਾਲੇ, ਸੋਚ ਮੁਖ ਸੇ ਨਿਕਾਲੇ, ਗੱਲ ਬਾਈ ਹੱਥ ਜੀ, ਪਾ ਦਿਓ ਆਹੂਤੀ ਸ਼ਿਵ ਭੋਲੇਨਾਥ ਦੀ, ਪਾ ਦਿਓ ਆਹੂਤੀ ਸ਼ਿਵ ਭੋਲੇਨਾਥ ਦੀ। ਕਹੇ ਦਰਸ਼ਨ ਲਿਖਾਰੀ, ਹੋਣੀ ਟਲਦੀ ਨਾ ਟਾਰੀ, ਬਾਚ ਸਕੇ ਨਾ ਮੁਰਾਰੀ, ਹੈ ਸ਼ਿਕਾਰੀ ਜਾਤ ਤੋਂ, ਪਾ ਦੂੰ ਮੈਂ ਆਹੂਤੀ ਤੂੰ ਕਹਾ ਦੇ ਬਾਪ ਤੋਂ, ਪਾ ਦੂੰ ਮੈਂ ਆਹੂਤੀ ਤੂੰ ਕਹਾ ਦੇ ਬਾਪ ਤੋਂ। ਲੋ ਜਦੋਂ ਜਿਹੜਾ ਯੁੱਗ ਆਚਾਰੀਆ ਜਗ ਕਰਨ ਵਾਲਾ ਹੈ, ਭਿਰਗੂ ਜੀ ਨੇ ਜਵਾਬ ਦੇ ਦਿੱਤਾ ਕਿ ਮੈਂ ਆਹੂਤੀ ਨਹੀਂ ਪਾ ਸਕਦਾ ਦਸ਼ ਪ੍ਰਜਾਪਤੀ ਦੇ ਹੁਕਮ ਤੋਂ ਬਿਨਾਂ। ਸੋ ਮਾਤਾ ਉਮਾ ਜੀ ਅਤੀ ਨਾਰਾਜ਼ ਹੋ ਕੇ ਜਗ ਮੰਡਪ ਦੇ ਵਿੱਚ ਹਵਨ ਕੁੰਡ ਦੇ ਪਾਸ ਖੜੀ ਹੈ। ਇੱਥੇ ਅਸੀਂ ਤਾਂ ਲਿਖਿਆ ਕਿ ਮਾਰਤੀ ਹਵਨ ਵਿੱਚ ਛਾਲ ਸਚੀ ਨੇ, ਪਰ ਇੱਥੇ ਥੋੜਾ ਜਿਹਾ ਫਰਕ ਹੈ। ਭਗਵਾਨ ਸ਼ੰਕਰ ਦੇ ਨਾਂ ਤੇ ਆਪਣੇ ਸਰੀਰ ਦੀ ਆਹੂਤੀ ਮੰਤਰਾਂ ਦੁਆਰਾ, ਆਪਣੀ ਤਾਕਤ, ਆਪਣੀ ਸ਼ਕਤੀ ਦੁਆਰਾ ਭਗਵਾਨ ਦੇ ਚਰਨਾਂ 'ਚ ਅਰਪਣ ਕਰਨ ਜਾ ਰਹੀ ਹੈ। ਮਾਤਾ ਸਤੀ ਜੀ ਦਸ਼ ਪ੍ਰਜਾਪਤੀ ਦੇ ਜੱਗ ਦੇ ਵਿੱਚ ਆਪਣਾ ਜਿਹੜਾ ਸਰੀਰ ਹੈ, ਜਿਵੇਂ ਆਮ ਕਿਹਾ ਜਾਂਦਾ ਹੈ, ਜਦੋਂ ਬੰਦਾ ਭਗਵਾਨ ਦਾ ਹੋ ਜਾਏ ਨਾ, ਉਹਨੂੰ ਆ ਦੁਨੀਆ ਦਾ ਕੋਈ ਵੀ ਚੀਜ਼ ਚੰਗੀ ਨਹੀਂ ਲੱਗਦੀ, ਕਿਉਂਕਿ ਉਹਦਾ ਭਗਵਾਨ ਨਾਲ ਹੀ ਪਿਆਰ ਹੈ। ਭਗਵਾਨ ਨਾਲ ਪਿਆਰ ਹੁੰਦਾ ਜਦੋਂ ਸਾਡੇ ਇਰਾਦੇ ਪੱਕੇ ਹੋਣ। ਇਰਾਦੇ ਪੱਕੇ ਕਿਵੇਂ? ਧੰਨੇ ਭਗਤ ਵਾਂਗੂ। ਇੱਕ ਤਰਲੋਚਨ ਪਾਂਡੇ ਜੀ ਨੇ ਚੱਕੀ ਦਾ ਪੁੜ ਫੜਾਇਆ ਸੀ, ਜਿਹਦੇ ਵਿੱਚੋਂ ਭਗਵਾਨ ਨਾਰਾਇਣ ਦੇ ਦਰਸ਼ਨ ਧੰਨੇ ਜੱਟ ਨੇ ਕਰ ਲਏ। ਜੇ ਇਹੋ ਜਿਹਾ ਇਰਾਦਾ ਮਜ਼ਬੂਤ ਹੋਵੇ ਨਾ, ਭਗਵਾਨ ਕਿਤੇ ਦੂਰ ਨਹੀਂ ਜਾ ਸਕਦਾ, ਤੁਹਾਡੇ ਕੋਲ ਹੀ ਖੜਾ ਹੈ। ਸੋ ਆਓ ਉਸ ਭਗਵਾਨ ਦੀ ਲੀਲਾ ਦਾ ਗੁਣਗਾਨ ਕਰੀਏ। ਮਾਤਾ ਸਤੀ ਜੀ ਭਗਵਾਨ ਸ਼ੰਕਰ ਦੇ ਨਾਂ ਤੇ ਉਸ ਜਗ ਮੰਡਪ ਦੇ ਵਿੱਚ ਆਪਣੇ ਸਰੀਰ ਦੀ ਆਹੂਤੀ ਤੀਜੀ ਜਗ ਦੇ ਵਿੱਚ ਕਿਉਂ ਪਾ ਰਹੀ ਹੈ ਜੀ। ਹੋ ਪਾਉਣੀ ਨੇ ਆਹੂਤੀ ਪੱਕੀ ਨਾ ਕਰਤੀ, ਦਿੰਦੀ ਨਾ ਸਤੀ ਨੂੰ ਉਦੋਂ ਵੇਲ ਧਰਤੀ, ਦਿੰਦੀ ਨਾ ਸਤੀ ਨੂੰ ਉਦੋਂ ਵੇਲ ਧਰਤੀ। ਮਿੰਟ ਦੀ ਕਰੀ ਨਾ ਉਦੋਂ ਟਾਲ ਸਤੀ ਨੇ, ਮਾਰਤੀ ਹਵਨ ਵਿੱਚ ਛਾਲ ਸਤੀ ਨੇ, ਮਾਰਤੀ ਹਵਨ ਵਿੱਚ ਛਾਲ ਸਤੀ ਨੇ। ਹੋ ਭਿਰਗੂ ਨੇ ਹਵਨ ਆਹੂਤੀ ਪਾਈ ਐ, किरत का नाम राक्षी बनाई है, किरत का नाम राक्षी बनाई है। मोड़ दिता ओदा डालो डाल सती ने, मारती हवन विच छाल सती ने, मारती हवन विच छाल सती ने। वो किरत का गणा दे मगर पै गई, धक के कैलाश दे ऊपर ले गई,
ਧੱਕ ਕੇ ਕੈਲਾਸ਼ ਦੇ ਉੱਪਰ ਲੈ ਗਈ। ਰੂ ਰੂਪੀ ਜਾਣੇ ਵਾਇਆ ਭਾਲ ਸਤੀ ਨੇ ਮਾਰਤੀ ਹਵਨ ਵਿੱਚ ਛਾਲ ਸਤੀ ਨੇ ਮਾਰਤੀ ਹਵਨ ਵਿੱਚ ਛਾਲ ਸਤੀ ਨੇ। ਉਹ ਗਾਣਾ ਨੇ ਜਦ ਦੱਸ ਦਿੱਤਾ ਹਾਲ ਸਾਰਾ ਜੀ ਫਿਰ ਗੂਣੇ ਦਿੱਤਾ ਨਾ ਚੱਲਣ ਚਾਰਾ ਜੀ ਫਿਰ ਗੂਣੇ ਦਿੱਤਾ ਨਾ ਚੱਲਣ ਚਾਰਾ ਜੀ। ਬਚਨ ਜੋ ਕੀਤਾ ਪਤੀ ਨਾਲ ਸਤੀ ਨੇ ਮਾਰਤੀ ਹਵਨ ਵਿੱਚ ਛਾਲ ਸਤੀ ਨੇ ਮਾਰਤੀ ਹਵਨ ਵਿੱਚ ਛਾਲ ਸਤੀ ਨੇ। ਉਹ ਕਾਮਤ ਨੇ ਛੇਤੀ ਭੱਜ ਗਏ ਕੁਬੇਰ ਜੀ ਇੰਦਰ ਹੋਰਾਂ ਨੇ ਨਾ ਲਗਾਈ ਦੇਰ ਜੀ ਇੰਦਰ ਹੋਰਾਂ ਨੇ ਨਾ ਲਗਾਈ ਦੇਰ ਜੀ। ਉਹ ਕਾਲ ਰੂਪੀ ਲਾਤਾ ਪਿਓ ਨੂੰ ਜਾਲ ਸਤੀ ਨੇ ਮਾਰਤੀ ਹਵਨ ਵਿੱਚ ਛਾਲ ਸਤੀ ਨੇ ਮਾਰਤੀ ਹਵਨ ਵਿੱਚ ਛਾਲ ਸਤੀ ਨੇ। ਉਹ ਦਰਸ਼ਨਾ ਨਗਰੀ में सोग पै गया कुल नारे नार नीमी पाके बह गया कुल नारे नार नीमी पाके बह गया। ਦਿੱਤੀ ਹੈ ਬਰੀਤ ਕਹਿੰਦੇ ਪਾਲ ਸਤੀ ਨੇ ਮਾਰਤੀ ਹਵਨ ਵਿੱਚ ਛਾਲ ਸਤੀ ਨੇ ਮਾਰਤੀ ਹਵਨ ਵਿੱਚ ਛਾਲ ਸਤੀ ਨੇ। जिस टाइम आहुति ना पाई माता उमा जी ने प्राण त्यागन कर दिते। उस टाइम गंढ रौला पाउण लगे ਜਿਹੜੇ शंकर भगवान जी ने नाल भेजे सी। सो ਉਹਨਾਂ ਗਣਾਂ ਨੂੰ ਹਟਾਉਣ ਵਾਸਤੇ ਇੱਕ ਭਿਰਗੂ ਜੀ ਨੇ ਘਿਸਕਾ ਨਾਮ ਰਾਖਸ਼ਣੀ ਉਸ ਹਵਨ ਦੇ ਵਿੱਚੋਂ ਪੈਦਾ ਕੀਤੀ ਜਿਹਨੇ ਉਹ ਸਾਰੇ ਗਣ ਦਵਲ ਕੇ ਕੈਲਾਸ਼ ਪਰਬਤ ਤੇ ਭੇਜਦੇ ਨੇ। ਆ ਕੇ ਗਣ ਲੱਗੇ ਦਬਾ ਦਬ ਰੌਲਾ ਪਾਉਣ। शंकर भगवान जी की खुली समाधि कहते की हो गया बई कहते महाराज वो जग दे विच माता जी ने प्राण त्यागन कर दिते ने तुहाडे नाम ते तुहाडी आहुति पाउण वास्ते होर किसी ने उत्थे उन्हां दी कोई लिहाज नहीं मन्नी। सो इन्नी गल सुन के भगवान शंकर जी कहते फिर तुसीं की करन गए सी। कहते जी भिरगू जी ने एक घृतका नाम राक्षणी पैदा करके साडे मगर लाती। उन्हें साडी उस जगमंड दे विच कोई पेश नहीं जान दिती। सो असी बेवसा। सो हुण शंकर भगवान जी क्रोधित हो गए खड़े होके एक फड़ के सज्जे हाथ नाल जट मार के धरती दे उत्ते वीर भद्र नूं पैदा करके दस दा जग भ्रष्ट नष्ट करन वास्ते कैलाश तो इउं तोरिया जी। अख खुल गई शंकर दी रौला जदों गणा ने पाया रोंदे कर लौंदियां ने आके सारा हाल सुनाया। जग नष्ट भ्रष्ट कर दे ओनू देहती आग्या सारी करता वीर पदर पैदा शिव ने जट धरती ते मारी। वो कोई जिਉਂਦਾ जावे ना जिन्ने आए हवन विच लोकी ओ मौत सहेड़ रही पुछी क्यों ना किसे ने रोकी। गुस्से विच आ गए ने शंकर हो के क्रोधित भारी करता वीर पधर पैदा शिव ने जट धरती ते मारी। हो जा बड़िया जग बिच जी पै गया शोर ते मची दहाई दिंदा दखू दाने जी जिन्नी सगली पर जाई। सब तहस नहस करता नाले बेदी पटके साड़ी करता वीर पदर पैदा शिव ने जट धरती ते मारी। कई ऋषि मुनि कोटे नाले सके सबंदी सारे भजन एक भी ना दिंदा कोटे बेदी ब्राह्मण सारे। एक पैरां दे विच जी मिहनत करदे नर ते नारी करता वीर पधर पैदा शिव ने जट धरती ते मारी। हो तक के दिल डर जांदा तक के दिल डर जांदा जेड़ा वीर पधर नूं तके धरती भी कंब उठदी जिथे कदमी उसने रखे। फिर बढ़दी जांदी है हथ विच देखो फड़ी कटारी करता वीर पधर पैदा शिव ने जट धरती ते मारी। हो तक प्रजापत कंबिया देखो बिच मैदानों भजे कोई जान छुड़ावे ना सबनू डर पद्धर तो लगे। ला के सुट देता
ਦੱਸਦੀ ਨਿਕਲੀ ਹੈ ਗਿਲਕਾਰੀ ਕਰਤਾ ਵੀਰ ਪੱਧਰ ਪੈਦਾ ਸ਼ਿਵ ਨੇ ਜੱਟ ਧਰਤੀ ਤੇ ਮਾਰੀ ਹੋ ਰੋਕਿਆ ਨਾ ਰੁਕਦਾ ਹੈ ਬਿਨ ਸ਼ੰਕਰ ਕਿਹੜਾ ਰੋਕੇ ਪੈਰੀ ਡਿੱਗਦੇ ਭੋਲੇ ਦੇ ਸਾਰੇ ਇਕੱਠੇ ਦੇਵਤੇ ਹੋ ਕੇ ਸ਼ਿਵ ਰੋਕ ਲਵੋ ਉਹਨੂੰ ਨਹੀਂ ਹਿਲ ਜੂ ਸ੍ਰਿਸ਼ਟੀ ਸਾਰੀ ਕਰਤਾ ਵੀਰ ਪੱਧਰ ਪੈਦਾ ਸ਼ਿਵ ਨੇ ਜੱਟ ਧਰਤੀ ਤੇ ਮਾਰੀ ਭੋਲੇਨਾਥ ਦਾ ਭੋਲੇ ਨੇ ਭੋਲੇਨਾਥ ਤਾਂ ਭੋਲੇ ਨੇ ਸੁਣ ਦੇਵਤਿਆਂ ਦੀ ਚੱਲੇ ਭੱਦਰ ਨੂੰ ਰੋਕ ਲਿਆ ਦਰਸ਼ਨਾ ਹੋ ਗਈ ਬੱਲੇ ਬੱਲੇ ਗਾਉਂਦੇ ਪ੍ਰੀਤ ਤੇ ਸਤਨਾਮ ਜੀ ਮਿੱਠੂ ਦੀ ਲੱਗੇ ਆਵਾਜ਼ ਪਿਆਰੀ ਕਰਤਾ ਵੀਰ ਪੱਧਰ ਪੈਦਾ ਸ਼ਿਵ ਨੇ ਜੱਟ ਧਰਤੀ ਤੇ ਮਾਰੀ ਕਰਤਾ ਵੀਰ ਪੱਧਰ ਪੈਦਾ ਸ਼ਿਵ ਨੇ ਜੱਟ ਧਰਤੀ ਤੇ ਮਾਰੀ ਵੀਰ ਭੱਦਰ ਨੂੰ ਜੱਗ ਮੰਡਪ ਵੱਲ ਤੋੜ ਦਿੱਤਾ ਹੈ। ਨਾਲ ਆਪਣੇ ਬਹੁਤ ਸਾਰੇ ਗਿਣਤੀ ਦੇ ਵਿੱਚ ਗਣ ਭੇਜੇ ਨੇ ਸੋ ਜਾ ਕੇ ਜੱਗ ਭ੍ਰਿਸ਼ਟ ਨਿਸ਼ਟ ਕਰ ਦਿੱਤਾ ਹੈ। ਦਸ਼ ਪ੍ਰਜਾਪਤੀ ਦਾ ਸਿਰ ਕੱਟ ਕੇ ਹਵਨ ਕੁੰਡ ਦੇ ਵਿੱਚ ਭਸਮ ਕਰ ਦਿੱਤਾ ਹੈ। ਹੋਰ ਜਿੰਨੇ ਵੀ ਉੱਥੇ ਵੇਦ ਪਾਠੀ ਬ੍ਰਾਹਮਣ ਸਵਾਮੀ ਪਹੁੰਚੇ ਹੋਏ ਸੀ ਉਹਨਾਂ ਸਾਰਿਆਂ ਨੂੰ ਥੋੜੀ ਥੋੜੀ ਦੇਗ ਦਿੱਤੀ ਗਈ ਕਿਉਂਕਿ ਕਿਸੇ ਦੀ ਦਾੜੀ ਪੱਟੀ ਕਿਸੇ ਦੇ ਊਂ ਥੱਪੜ ਲਾਏ ਜਾਣੇ ਪੰਜੀਰੀ ਸਾਰਿਆਂ ਨੂੰ ਦਿੱਤੀ ਜਿਹੜੇ ਉੱਥੇ ਜਗ ਮੰਡਪ ਦੇ ਵਿੱਚ ਪਹੁੰਚੇ ਹੋਏ ਸੀ। ਸੋ ਲਓ ਧਿਆਨ ਦਿਓ ਉਸ ਟਾਈਮ ਭਗਵਾਨ ਦੇ ਚਰਨੀ ਜਾ ਕੇ ਸਾਰੇ ਦੇਵੀ ਦੇਵਤੇ ਕਿ ਬੜਾ ਅਨਰਥ ਹੋ ਗਿਆ ਦਸ਼ ਪ੍ਰਜਾਪਤੀ ਦਾ ਸਿਰ ਕੱਟਿਆ ਗਿਆ ਜੀ ਤੇ ਮਾਤਾ ਉਮਾ ਜੀ ਨੇ ਉੱਥੇ ਤੁਹਾਡੀ ਖਾਤਰ ਪ੍ਰਾਣ ਤਿਆਗਨ ਕਰ ਦਿੱਤੇ ਨੇ। ਹੁਣ ਭਗਵਾਨ ਜੀ ਉੱਠ ਕੇ ਜਗ ਮੰਡਪ ਦੇ ਵਿੱਚ ਆਏ ਨੇ ਸਾਰੇ ਦੇਵਤੇ ਰਿਸ਼ੀਗਣ ਦੇਖ ਰਹੇ ਨੇ ਕਿ ਮਹਾਰਾਜ ਆ ਜਿਹੜਾ ਸਿਰ ਹੈ ਉਹ ਤਾਂ ਹਵਨ ਕੁੰਡ ਦੇ ਵਿੱਚ ਰਾਖ ਹੋ ਚੁੱਕਿਆ ਹੁਣ ਆਪਾਂ ਇਹਦੇ ਕਾਹਦਾ ਸਿਰ ਲਾਈਏ। ਸੋ ਭਗਵਾਨ ਸ਼ੰਕਰ ਜੀ ਨੇ ਕਹਿੰਦੇ ਜਿਹੜਾ ਤੜਕੇ ਭਾਈ ਜੀਵ ਆਊਗਾ ਤੜਕੇ ਤੇ ਕੜੀ ਕਰੋ ਜਿਹੜਾ ਪਹਿਲਾ ਜੀਵ ਮਿਲਿਆ ਉਹਦਾ ਸਿਰ ਇਹਦੇ ਲਾ ਦੇਵਾਂਗੇ। ਸੋ ਤੜਕੇ ਸਭ ਤੋਂ ਪਹਿਲਾਂ ਕੈਲਾਸ਼ ਦੇ ਉੱਤੇ ਬੱਕਰੀਆਂ ਦੇ ਨਾਲ ਬੱਕਰਾ ਚਰਨ ਆਇਆ ਉਸ ਬੱਕਰੇ ਦਾ ਸਿਰ ਲਾ ਕੇ ਉਸ ਧੜ ਦੇ ਨਾਲ ਜੋੜ ਦਿੱਤਾ ਗਿਆ। ਸੋ ਇਥੋਂ ਇਹ ਸ਼ਬਦ ਸ਼ੁਰੂ ਹੋਇਆ ਜੋ ਸਾਡੇ ਆ ਵੀਰ ਟੱਲੀਆਂ ਵਜਾਉਂਦੇ ਜਿਨ੍ਹਾਂ ਨੂੰ ਆ ਟੱਲੀ ਦੇ ਵਿੱਚ ਹੀ ਪੈਸਾ ਪਵਾਉਂਦੇ ਨੇ ਜੰਗਮ ਕਿਹਾ ਜਾਂਦਾ ਹੈ। ਇਹ ਜੰਗਮ ਸ਼ੁਰੂ ਹੁੰਦੇ ਨੇ ਜਦੋਂ ਕਹਿੰਦੇ ਨੇ ਬੰਮ 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 ਮਹਾਦੇਵ ਸ਼ਿਵ ਪਾਰਵਤੀ ਇਹ ਉਦੋਂ ਦਾ ਨਾਰਾ ਬਣਿਆ ਹੋਇਆ ਕਿਉਂਕਿ ਦਸ਼ ਪ੍ਰਜਾਪਤੀ ਨੇ ਇਸੇ ਸ਼ਬਦ ਨਾਲ ਭਗਵਾਨ ਸ਼ੰਕਰ ਜੀ ਦੀ ਆਰਤੀ ਕੀਤੀ ਆ ਉਸ ਟਾਈਮ। ਸੋ ਐਨੇ ਸਰਜੀਤ ਕਰਕੇ ਉਥੋਂ ਮਾਤਾ ਪਾਰਵਤੀ ਮਾਤਾ ਉਮਾ ਜੀ ਦੇ ਸ਼ੀਸ਼ ਨੂੰ ਮੋਢਿਆਂ ਤੇ ਧਰ ਕੇ ਆ ਇੱਕ ਚਾਰੋਂ ਦਿਸ਼ਾ ਦੇ ਵਿੱਚ ਭਰਮਣ ਕਰਨ ਤੁਰੇ ਨੇ ਸ਼ੰਕਰ ਭਗਵਾਨ ਜੀ। ਧਿਆਨ ਦੇਣਾ ਧਨੌਲੇ ਵਾਲੇ ਪਾਠਕ ਭਰਾ ਦਰਸ਼ਨ ਸਿੰਘ ਗਿਆਨੀ ਦਾ ਕਵੀਸ਼ਰ ਜਤਾ ਐਂਡ ਦੀ ਕਵਿਤਾ ਹੈ ਇਹੋ ਬਿਆਨ ਕਰਦਾ ਜੀ। ਬੈਠੇ ਜਗਸ਼ਾਲਾ ਵਿੱਚ ਸੋਚ ਵਿਚਾਰਾਂ ਕਰਦੇ ਨੇ ਬੈਠੇ ਜਗਸ਼ਾਲਾ ਵਿੱਚ ਸੋਚ ਵਿਚਾਰਾਂ ਕਰਦੇ ਨੇ ਕੀ ਦਾ ਸੀਸ ਦੱਸਦੇ ਜਾਵੇ ਧੜ ਤੇ ਲਾਇਆ ਬ੍ਰਹਮਾ ਵੇਦ ਵਿਆਸ ਜੀ ਕਰੀ ਵਿਚਾਰ ਸੀ ਨਾਰਦ ਨੇ ਬ੍ਰਹਮਾ ਵੇਦ ਵਿਆਸ ਜੀ ਕਰੀ ਵਿਚਾਰ ਸੀ ਨਾਰਦ ਨੇ ਲਾ ਦਿਓ ਸਿਰ ਬੱਕਰੇ ਦਾ ਸ਼ੰਕਰ ਨੂੰ ਫਰਮਾਇਆ ਉਹ ਲਾਤਾ ਸਿਰ ਬੱਕਰੇ ਦਾ ਉਦੋਂ ਭੋਲੇ ਨਾਥ ਨੇ ਲਾਤਾ ਸਿਰ ਬੱਕਰੇ ਦਾ ਉਦੋਂ ਭੋਲੇ ਨਾਥ ਨੇ ਪੜ ਕੇ ਮੰਤਰ ਦੱਸਦੇ ਧੜ ਦੇ ਉੱਤੇ ਟਿਕਾਇਆ ਜੈ ਜੈ ਮਹਾਦੇਵ ਕੈ ਦਸ ਕਰਦਾ ਹੈ ਆਰਤੀ ਜੈ ਜੈ ਮਹਾਦੇਵ ਕੈ ਦਸ ਕਰਦਾ ਹੈ ਆਰਤੀ ਜਸ ਤਾਂ ਸ਼ਿਵ ਸ਼ੰਕਰ ਦਾ 24 ਦਾਣੇ ਗਾਇਆ ਉਹ ਕੀਤੇ ਬਿਦਾ ਜੱਗ ਚੋਂ ਉਦੋਂ ਸਾਰੇ ਦੇਵਤੇ ਧੜ ਚੱਕਿਓ ਮਾਤ ਦਾ ਮੋਢਿਆਂ ਉੱਤੇ ਟਿਕਾਇਆ ਜਿੱਥੋਂ ਜਿੱਥੋਂ ਦੀ ਧੜ ਲੈ ਕੇ ਗਏ ਕੈਲਾਸ਼ਪਤੀ ਜਿੱਥੋਂ ਜਿੱਥੋਂ ਦੀ ਧੜ ਲੈ
ਹੈ ਕੈਲਾਸ਼ਪਤੀ, ਉਸ ਜਗ੍ਹਾ ਨੂੰ ਲੋਕੀ ਪੂਜਣ ਜੋਗ ਬਣਾਇਆ। ਓ ਇਹ ਗੱਲ ਅਸੀਂ ਨੀ ਕਹਿੰਦੇ, ਸੁਣ ਲੋ ਤੁਹਾਨੂੰ ਏ, ਤੁਹਾਨੂੰ ਏ, ਤੁਹਾਨੂੰ ਏ। ਇਹ ਗੱਲ ਅਸੀਂ ਨੀ ਕਹਿੰਦੇ, ਸੁਣ ਲੋ ਤੁਹਾਨੂੰ ਏ। ਭੇਦ ਸਨਾਤਨੀਏ ਸ਼ਾਸਤਰ ਨੇ ਬਤਲਾਇਆ। ਨੈਣਾ ਦੇਵੀ ਦੁਰਗਾ ਮਨਸਾ ਦੇਵੀ ਦੱਸਦੇ ਨੇ, ਨੈਣਾ ਦੇਵੀ ਦੁਰਗਾ ਮਨਸਾ ਦੇਵੀ ਦੱਸਦੇ ਨੇ। ਇਹ ਜਸ ਸਾਰੇ ਹੀ ਵਿੱਚ ਸ਼ਾਸਤਰਾਂ ਗਾਇਆ। ਹੋ ਲਿਖਤੀ ਕਥਾ ਓ ਮਾਂ ਦੀ ਦਰਸ਼ਨੀ ਸ਼ਹਿਰ ਤਨਹੋਲੇ ਨੇ। ਲਿਖਤੀ ਕਥਾ ਓ ਮਾਂ ਦੀ ਦਰਸ਼ਨੀ ਸ਼ਹਿਰ ਤਨਹੋਲੇ ਨੇ। ਲਿਖਤੀ ਜੈਸੇ ਮੇਰੀ ਵਿੱਚ ਸਮਝਦੇ ਆਇਆ। ਕਰਦੇ ਸਿਫਤਾਂ ਪਾਠਕ ਪਿੰਡ ਧਨੌਲੇ ਨਾਥ ਦੀਆਂ, ਕਰਦੇ ਸਿਫਤਾਂ ਪਾਠਕ ਪਿੰਡ ਧਨੌਲੇ ਨਾਥ ਦੀਆਂ। ਤਿੰਨੇ ਭਾਈਆਂ ਨੇ ਹੈ ਸ਼ਿਵ ਨੂੰ ਸੀਸ ਝੁਕਾਇਆ, ਤਿੰਨੇ ਭਾਈਆਂ ਨੇ ਹੈ ਸ਼ਿਵ ਨੂੰ ਸੀਸ ਝੁਕਾਇਆ। ਲੋ ਭਗਵਾਨ ਸ਼ੰਕਰ ਜੀ ਨੇ ਮਾਤਾ ਉਮਾ ਜੀ ਦਾ ਜਿਹੜਾ ਸਰੀਰ ਹੈ ਉਹ ਆਪਣੇ ਸੱਜੇ ਮੋਢੇ ਉੱਪਰ ਰੱਖ ਲਿਆ। ਤੀਰਥਾਂ ਦਾ ਭਰਮਣ ਕਰਨ ਤੁਰੇ ਹੈ। ਜਿੱਥੇ ਮਨ ਡਿੱਗ ਪਿਆ ਉੱਥੇ ਮਨਸਾ ਦੇਵੀ ਬਣ ਗਈ, ਜਿੱਥੇ ਨੈਣ ਡਿੱਗ ਪਏ ਉੱਥੇ ਨੈਣਾ ਦੇਵੀ ਬਣ ਗਈ। ਸੋ ਇਸੇ ਤਰ੍ਹਾਂ ਸੱਜਣੋਂ ਬਹੁਤੇ ਵਿਸਤਾਰ ਚ ਨਾ ਜਾਂਦੇ ਹੋਏ ਸੋ ਥੋੜੇ ਚ ਗੱਲ ਮੁਕਾਈਏ। 52 ਪੀਠ ਜਿਹੜੇ ਪੂਜਨਯੋਗ ਸਥਾਨ ਬਣੇ ਨੇ ਉਹ ਮਾਤਾ ਸਤੀ ਦੇ ਸਰੀਰ ਚੋਂ ਵੱਖ-ਵੱਖ ਥਾਈਂ ਡਿੱਗੇ ਹੋਏ ਅੰਗਾਂ ਤੋਂ ਬਣੇ ਨੇ। ਸੋ ਐਨੇ ਕਹਿੰਦੇ ਹੋਏ ਖਿਮਾ ਦੇ ਜਾਚਕਾਂ ਇਤਿਹਾਸ ਦੇ ਵਿੱਚ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ, ਕਿਉਂਕਿ ਅਭੁੱਲ ਗੁਰੂ ਕਰਤਾਰ, ਭੁੱਲਣਹਾਰ ਤਾਂ ਉਹ ਨਹੀਂ, ਇਨਸਾਨ ਤਾਂ ਗਲਤੀਆਂ ਅਤੇ ਭੁੱਲਣਾ ਦਾ ਪੁਤਲਾ। ਜੇ ਕਿਤੇ ਬੋਲਦਿਆਂ ਤੋਂ ਗਾਉਂਦਿਆਂ ਤੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਆਪ ਸਭ ਤੋਂ ਮਾਫੀ ਚਾਹੁੰਦੇ ਆ। ਵਿਰਾਮ ਦਿਓ। ਅੱਜ ਦੀ ਜਿਹੜੀ ਕਥਾ ਸੀ ਉਹ ਸੰਪੂਰਨ ਹੈ। ਸਾਡਾ ਜਥਾ ਤੁਹਾਨੂੰ ਪਤਾ ਹੀ ਹੈ, ਕਵੀਸ਼ਰ ਦਰਸ਼ਨ ਸਿੰਘ ਧਨੌਲਾ ਅਤੇ ਪਾਠਕ ਭਰਾ। ਸੋ ਐਨੀ ਕਹਿੰਦੇ ਹੋਏ ਆਪ ਤੋਂ ਖਿਮਾ ਦੇ ਜਾਚਕਾਂ। बोल श्री शंकर भगवान की, बोल कृष्ण बलदेव की।